ਲਤਾ ਮੰਗੇਸ਼ਕਰ ਇੱਕ ਜੀਵਨੀ ਦਾ ਦੂਸਰਾ ਅੰਗ, ਉਸ ਦਾ ਮਖਮਲੀ ਆਦਰਸ਼ ਤੇ ਵਿਰੋਧੀ। ਜਿੱਥੇ ਨੂਰਜਹਾਂ ਪਾਨ ਚਬਾਉਂਦੀ ਹੈ, ਉੱਥੇ ਲਤਾ ਗਮ ਚਿੰਗਮ ਚਬਾਉਂਦੀ ਹੈ। ਬਿਹਤਰੀਨ ਕਿਸਮ ਦਾ ਗਮ ਜਿਹੜਾ ਵਿਦੇਸ਼ਾਂ 'ਚੋਂ ਮੰਗਵਾਇਆ ਜਾਂਦਾ ਹੈ, ਤੇ ਇਸ ਤੱਥ ਨੂੰ ਬਹੁਤੇ ਲੋਕ ਨਹੀਂ ਜਾਣਦੇ। ਕੁੰਦਨ ਲਾਲ ਸਹਿਗਲ ਦੀ ਆਦਤ ਸੀ ਕਿ ਉਹ ਰਸੋਈ 'ਚ ਜਾ ਕੇ ਸਭ ਤੋਂ ਵੱਧ ਤੇਲ ਵਾਲਾ ਅਚਾਰ ਚੁੱਕ ਕੇ ਖਾ ਜਾਂਦਾ ਸੀ। ਇਸੇ ਤਰ੍ਹਾਂ ਲਤਾ ਕਿਸੇ ਵੇਲੇ ਕੋਲਾਪੁਰੀ ਮਿਰਚਾਂ ਦੀ ਸ਼ੌਕੀਨ ਸੀ, ਜਿਨ੍ਹਾਂ ਬਾਰੇ ਉਹ ਕਹਿੰਦੀ ਸੀ ਕਿ ਉਹਦੀ ਆਵਾਜ਼ ਨੂੰ ਠੀਕ ਰੱਖਦੀਆਂ ਹਨ। ਲਤਾ ਨੂੰ ਛੋਟੀ ਉਮਰ ਤੋਂ ਹੀ ਆਪਣੀ ਆਵਾਜ਼ ਦੀ ਸੰਭਾਲ ਕਰਨੀ ਸਿੱਖਣੀ ਪਈ ਸੀ। ਉਸ ਦੀ ਸਾਈਨਸ ਦੀ ਸਮੱਸਿਆ ਕਾਰਨ ਉਹਨੂੰ ਖਾਣ ਤੇ ਪੀਣ ਵਾਲੀਆਂ ਵਸਤਾਂ ਦੀ ਚੋਣ ਬਹੁਤ ਇਹਤਿਆਤ ਨਾਲ ਕਰਨੀ ਪੈਂਦੀ ਸੀ, ਪਰ ਚਿੰਗਮ ਉਹਦੀਆਂ ਰਗਾਂ ਨੂੰ ਚੱਲਦਾ ਰੱਖਣ 'ਚ ਸਹਾਈ ਹੁੰਦਾ ਸੀ। ਜਿੰਨੀ ਦਿਨੀ ਉਹਨੇ ਚਿੰਗਮ ਦੀ ਵਰਤੋਂ ਸ਼ੁਰੂ ਕੀਤੀ, ਉਨੀ ਦਿਨੀ ਇਹ ਸਫੇਦ ਹੁੰਦਾ ਸੀ। ਉਹਦੀ ਸਾੜੀ ਤੇ ਫੀਏਟ ਕਾਰ ਵਾਂਗ ਅੱਜ ਕੱਲ੍ਹ ਉਹ ਕਈ ਰੰਗਾਂ 'ਚ ਆਉਣ ਲੱਗ ਪਿਆ, ਪਰ ਲਤਾ ਵੀ ਤਾਂ ਸਿਰਫ ਸਫੇਦ ਕੱਪੜੇ ਪਾਉਣ ਦੀ ਜ਼ਿੱਦ ਨਹੀਂ ਕਰਦੀ। ਜਿੱਥੋਂ ਤੱਕ ਮੈਨੂੰ ਪਤਾ ਹੈ, ਚਿੰਗਮ ਦੀ ਆਦਤ ਉਹਨੂੰ ਸ਼ੁਰੂ ਤੋਂ ਹੀ ਹੈ। ਸ਼ਾਇਦ ਭਾਰਤ ਦੇ ਕ੍ਰਿਕਟ ਵਿਕਟ ਕੀਪਰ ਕਿਰਨ ਮੋਰੇ ਨੇ ਇਹ ਆਦਤ ਉਸੇ ਤੋਂ ਲਈ ਹੈ। ਕਿਰਨ ਮੋਰੇ ਦਾ ਤਰੀਕਾ ਇਹ ਸੀ ਕਿ ਮੂੰਹ 'ਚ ਚਿੰਗਮ ਰੱਖੀ ਰੱਖਦਾ ਤੇ ਬੱਲੇਬਾਜ਼ ਨੂੰ ਗੱਲਾਂ ਰਾਹੀਂ ਪਰੇਸ਼ਾਨ ਕੀਤੀ ਰੱਖਦਾ। ਜੇ ਜਾਵੇਦ ਮਿਆਂਦਾਦ ਵਿਕਟ ਦੇ ਪਿੱਛੇੋਂ ਨਿਰੰਤਰ ਹੋ ਰਹੀ ਕਮੈਂਟਰੀ ਉੱਤੇ ਇਤਰਾਜ਼ ਕਰੇ ਤਾਂ ਕਿਰਨ ਮੋਰੇ ਦਖਲ ਦੇਣ ਵਾਲੇ ਅੰਪਾਇਰ ਨੂੰ ਦੱਸ ਸਕਦਾ ਸੀ ਕਿ ਉਹਦਾ ਮੂੰਹ ਇਸ ਲਈ ਹਿਲ ਰਿਹਾ ਕਿਉਂਕਿ ਇਸ 'ਚ ਚਿੰਗਮ ਹੈ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਲਤਾ ਚਿੰਗਮ ਦੀ ਵਰਤੋਂ ਆਪਣੀ ਕਿਸੇ ਵਿਰੋਧੀ ਨੂੰ ਗਾਲਾਂ ਕੱਢਣ ਲਈ ਕਰਦੀ ਸੀ। ਜਾਣਕਾਰ ਲੋਕ ਜਾਣਦੇ ਹਨ ਕਿ ਚਿੰਗਮ ਹੀ ਉਹਦੀਆਂ ਰਗਾਂ ਨੂੰ ਨਰਮ ਰੱਖਦਾ ਸੀ। ਇਹਦੀ ਵਰਤੋਂ ਕਾਰਨ ਲਤਾ ਦੀ ਚੜ੍ਹਤ ਵੇਲੇ ਉਹਦੀਆਂ ਰਗਾਂ ਇੰਨੀਆਂ ਨਰਮ ਹੋ ਜਾਂਦੀਆਂ ਕਿ ਉਸ ਵੱਲੋਂ ਗਾਏ ਅਮਰ ਦੇ ਗੀਤ ਨਾ ਮਿਲਤਾ ਗਮ ਤੋਂ ਬਰਬਾਦੀ ਕੇ ਅਫਸਾਨੇ ਕਹਾਂ ਜਾਤੇ ਵਿੱਚ ਗਮ ਦੀ ਥਾਂ ਗਮ ਦੀ ਵਰਤੋਂ ਕਰ ਸਕਦੇ ਹਾਂ। ਹਾਂ, ਜਿੱਥੇ ਨੂਰਜਹਾਂ ਪਾਕਿਸਤਾਨ 'ਚ ਮਾਰਸ਼ਲ ਪਾਨ ਚਬਾਉਂਦੀ ਸੀ, ਉੱਥੇ ਲਤਾ ਭਾਰਤ ਵਿੱਚ ਜਮਹੂਰੀ ਗਮ ਦੀ ਵਰਤੋਂ ਕਰਦੀ ਸੀ ਤੇ ਅਜਿਹੇ ਮਧੁਰ ਗੀਤ ਗਾਉਂਦੀ ਸੀ ਕਿ ਨਾ ਸਿਰਫ ਭਾਰਤ ਹੀ ਸਗੋਂ ਸਮੁੱਚੇ ਪਾਕਿਸਤਾਨ ਦੇ ਲੋਕਾਂ ਦੇ ਮਨਾਂ 'ਚ ਸਰੂਰ ਭਰ ਦਿੰਦੇ ਸਨ। ਦੇਸ਼ ਦੀ ਵੰਡ ਮਗਰੋਂ ਸਿਆਸੀ ਰੌਲੇ ਗੌਲੇ ਤੋਂ ਬੇਪਰਵਾਹ ਲਤਾ ਤੇ ਨੂਰਜਹਾਂ ਨੇ ਜਨਮ ਦਿਨਾਂ ਉੱਤੇ ਵਧਾਈਆਂ ਦੇਣੀਆਂ ਜਾਰੀ ਰੱਖੀਆਂ। ਲਤਾ ਹਰ ਹਾਲਤ 21 ਸਤੰਬਰ ਨੂੰ ਨੂਰਜਹਾਂ ਨੂੰ ਟੈਲੀਫੋਨ ਕਰਦੀ। ਮਲਕਾਏ ਤਰਨਮ ਕਦੇ ਵੀ 28 ਸਤੰਬਰ ਨੂੰ ਲਤਾ ਨੂੰ ਵਧਾਈ ਦੇਣੀ ਨਾ ਭੁੱਲਦੀ। ਪਾਕਿਸਤਾਨ ਤੇ ਭਾਰਤ ਦਰਮਿਆਨ ਸੰਗੀਤਕ ਪੁਲ ਬਣਾਉਣ ਵਿੱਚ ਸਿਰਫ ਇੱਕ ਹਫ਼ਤੇ ਦਾ ਵਕਫਾ ਹੈ। ਲਤਾ ਦਾ ਕਹਿਣਾ ਹੈ ਕਿ ਲੰਬੀ ਦੂਰੀ ਦੀ ਟੈਲੀਫੋਨ ਵਾਰਤਾ ਨੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਲਈ ਇਕੱਠੇ ਕਰ ਦਿੱਤਾ। ਉਹ ਫੋਨ ਲਤਾ ਜੀ ਨੂੰ ਚੇਤੇ ਹੈ ਕਿ SD ਬਰਮਨ ਰਿਕਾਰਡਿੰਗ ਵਾਲੇ ਦਿਨ ਗਾਇਕਾਂ ਦੀ ਆਵਾਜ਼ ਟੈਸਟ ਕਰਨ ਲਈ ਸਦਾ ਟੈਲੀਫੋਨ ਦੀ ਵਰਤੋਂ ਕਿਵੇਂ ਕਰਦੇ ਸਨ। ਮੇਰਾ ਤਜਰਬਾ ਹੈ ਕਿ ਕਿਸੇ ਗਾਇਕਾ ਦਾ ਗਲਾ ਕਿੰਨਾ ਚੰਗਾ ਇਹਦਾ ਪਤਾ ਕਰਨ ਲਈ ਉਹਦੀ ਆਵਾਜ਼ ਟੈਲੀਫੋਨ ਉੱਤੇ ਸੁਣੋ। ਨੂਰਜਹਾਂ ਤੋਂ ਬਾਅਦ ਆਉਣ ਵਾਲੀ ਸੁਰਈਆ ਦੀ ਆਵਾਜ਼ ਅੱਜ ਵੀ ਫੋਨ ਉੱਤੇ ਸੁਣੋ, ਤੁਹਾਨੂੰ ਇੱਕਦਮ ਪਤਾ ਲੱਗ ਜਾਏਗਾ ਕਿ ਉਹਨੇ ਲਤਾ ਨਾਲ ਰਲ ਕੇ ਗਾਏ ਇੱਕ ਦੋ ਗਾਣੇ 'ਚ ਇੰਨੀ ਸਪਸ਼ਟਤਾ ਕਿਵੇਂ ਲਿਆਂਦੀ। ਗੀਤ ਸੀ R ਕਾਰਟਰ ਦੀ ਦੀਵਾਨਾ ਦਾ, ਮੇਰੇ ਚਾਂਦ ਮੇਰੇ ਲਾਲ ਤੁਮ ਜੀਓ ਹਜ਼ਾਰੋਂ ਸਾਲ। ਮੈਂ ਇੱਕ ਵਾਰੀ ਸੁਰਈਆ ਨਾਲ ਉਸ ਅਫਵਾਹ ਬਾਰੇ ਵੀ ਗੱਲਬਾਤ ਕੀਤੀ ਜਿਹੜੀ 1950ਵਿਆਂ ਦੇ ਵਿੱਚ ਸ਼ੁਰੂ 'ਚ ਬੰਬਈ 'ਚ ਚੱਲਦੀ ਸੀ ਕਿ ਕਿਵੇਂ ਉਹਨੇ ਆਪਣੀ ਵਿਰੋਧੀ ਲਤਾ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਇਸ ਤੇ ਸੁਰਈਆ ਨੇ ਟੈਲੀਫੋਨ ਉੱਤੇ ਆਪਣੀ ਖੜਕਣੀ ਹਾਸੀ ਹੱਸ ਕੇ ਕਿਹਾ, ਮੈਂ ਲਤਾ ਨੂੰ ਜ਼ਹਿਰ ਦੇਵਾਂ? ਕੀ ਤੈਨੂੰ ਪਤਾ ਨਹੀਂ ਕਿ ਦੁਨੀਆ ਫਿਲਮ ਲਈ ਮੈਂ ਚਾਹੁੰਦੀ ਸੀ ਕਿ ਲਤਾ ਮੇਰੇ ਲਈ ਪਿੱਠਵਰਤੀ ਗੀਤ ਗਾਵੇ। ਚਿੰਤਕ ਫਿਲਮ ਨਿਰਦੇਸ਼ਕ ਖੁਰਸ਼ੀਦ ਅਨਵਰ ਨੇ ਲਿਖਿਆ, ਸੁਰਈਆ ਇੱਕ ਸਿਆਹੀ ਚੂਸ ਵਾਂਗ ਹੈ। ਸਿਆਹੀ ਚੂਸ ਉੱਤੇ ਉਹੀ ਆ ਜਾਂਦਾ ਜੋ ਕੁਝ ਤੁਸੀਂ ਲਿਖਦੇ ਹੋ। ਕਿਸੇ ਤਰ੍ਹਾਂ ਸੁਰਈਆ ਉਹੀ ਕੁਝ ਗਾ ਦਿੰਦੀ ਹੈ ਜੋ ਕੁਝ ਤੁਸੀਂ ਬਣਾਉਂਦੇ ਹੋ। ਨਹੀਂ, ਸੁਰਈਆ ਨੂੰ ਲਤਾ ਨਾਲ ਕਦੇ ਵੀ ਪਿਆਰ ਨਹੀਂ ਸੀ, ਪਰ ਨੂਰਜਹਾਂ ਨੂੰ ਸੁਰਈਆ ਵੱਲੋਂ ਮਹਿਬੂਬ ਦੀ ਅਨਮੋਲ ਘੜੀ 'ਚ ਪਾਏ ਜਾਣ ਵਾਲੀ ਇੱਕ ਡਰੈਸ ਨਾਲ ਈਰਖਾ ਸੀ। ਸੁਰਈਆ ਕਹਿੰਦੀ ਹੈ ਕਿ ਨੂਰਜਹਾਂ ਨੇ ਬੰਬਈ 'ਚ ਮਿਲਦੀ ਸਭ ਤੋਂ ਸਾਜ਼ਿਸ਼ੀ ਕਿਸਮ ਦੀ ਕੈਂਚੀ ਲੈ ਕੇ ਉਸ ਡਰੈਸ ਦੀਆਂ ਲੀਰਾਂ ਕਰਤੀਆਂ ਸਨ। ਸੁਰਈਆ ਚਿੰਗਮ ਨਹੀਂ ਖਾਂਦੀ ਸੀ, ਇਸ ਲਈ ਉਹਨੇ ਨੂਰਜਹਾਂ ਦੇ ਮੂੰਹ ਤੇ ਖਰੀਆਂ ਸੁਣਾ ਦਿੱਤੀਆਂ। ਲਤਾ ਦੀ ਆਵਾਜ਼ ਪਹਿਲੀ ਵਾਰ ਟੈਲੀਫੋਨ ਉੱਤੇ ਸੁਣਨ ਮਗਰੋਂ ਮੈਂ ਕੀ ਸੋਚਿਆ ਕਿ ਮੈਂ 7ਵੇਂ ਅਸਮਾਨ ਉੱਤੇ ਹਾਂ। ਜਦੋਂ ਇਸ ਆਵਾਜ਼ ਦੀ ਰਾਣੀ ਨੂੰ ਪਹਿਲੀ ਵਾਰ ਫੋਨ ਉੱਤੇ ਸੁਣਿਆ ਤਾਂ ਉਹਦੀ ਆਵਾਜ਼ ਕਿੰਨੀ ਮਖਮਲੀ ਸੀ। ਇਹ ਆਵਾਜ਼ ਓਨੀ ਚੰਗੀ ਸੀ ਜਿੰਨੀ
ਚੰਗੀ ਗਜ਼ਲ ਦੇ ਬਾਦਸ਼ਾਹ ਤਲਤ ਮਹਿਮੂਦ ਦੀ ਟੈਲੀਫੋਨ ਤੇ ਹੋਈ ਗੱਲਬਾਤ ਸਮੇਂ ਉਹਦੀ ਆਵਾਜ਼ ਚੰਗੀ ਲੱਗੀ ਸੀ, ਜਿਹਨੇ ਇੱਕਦਮ ਮੈਨੂੰ ਦਰਸਾ ਦਿੱਤਾ कि है सबसे मधुर वो गीत जिन्हें हम दर्द की सुर में गाते हैं ਦੀ ਸਫਲਤਾ ਦਾ ਰਾਜ਼ ਕੀ ਸੀ। ਕੀ ਸੰਗੀਤ ਦੀ ਰਾਣੀ ਨੇ ਟੈਲੀਫੋਨ ਉੱਤੇ ਇਸ ਤਰ੍ਹਾਂ ਦਾ ਕੁਝ ਗਾ ਕੇ ਸੁਣਾਇਆ ਹੈ? ਹਾਂ, ਸੁਣਾਇਆ। ਪੰਡਤ ਹੁਸਨ ਲਾਲ ਭਗਤ ਰਾਮ ਦੀ ਜੋੜੀ ਵਾਲੇ ਚੱਲ ਵਸੇ ਸਨ ਤੇ ਮੈਂ ਲਤਾ ਤੋਂ ਫਿਲਮ ਫੇਅਰ ਤੇ ਦ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ ਦੇ ਸੰਗੀਤ ਆਲੋਚਕ ਦੇ ਤੌਰ ਉੱਤੇ ਉਸ ਜੋੜੀ ਲਈ ਗਏ ਗੀਤਾਂ ਬਾਰੇ ਪੁਸ਼ਟੀ ਕਰ ਰਿਹਾ ਸਾਂ ਤਾਂ ਕਿ ਮਾਤਮੀ ਲੇਖ 'ਚ ਵਰਤ ਸਕਾਂ। ਕਿਰਪਾ ਕਰਕੇ ਦਿਲ ਹੀ ਤੋਂ ਹੈ ਨੂੰ ਜ਼ਰੂਰ ਸ਼ਾਮਲ ਕਰਨਾ, ਲਤਾ ਨੇ ਆਪਣੀ ਮਧੁਰ ਆਵਾਜ਼ 'ਚ ਕਿਹਾ। ਪਰ ਮੈਂ ਲਤਾ ਵੱਲੋਂ ਦੱਸੇ ਸ਼ਬਦਾਂ ਤੋਂ ਗੀਤ ਦੀ ਧੁਨ ਨਹੀਂ ਸੀ ਪਕੜ ਸਕਿਆ, ਕਿਉਂਕਿ ਲਤਾ ਨੇ ਦਿਲ ਹੀ ਤੋਂ ਹੈ ਦੀ ਸਤਰ ਵਾਲੇ ਇੱਕ ਤੋਂ ਵੱਧ ਗੀਤ ਗਾਏ ਸਨ। ਜਿਸ ਸਮੇਂ ਲਤਾ ਨੇ ਬਹੁਤ ਹੀ ਮਧੁਰਤਾ ਨਾਲ ਇਹ ਗੀਤ ਫੋਨ ਉੱਤੇ ਗੁਣਗੁਣਾਇਆ, दिल ही तो है तड़प गया दर्द से डर ना आए क्यों, रोएंगे हम हजार बार कोई हमें सताए क्यों। लता ਵੱਲੋਂ ਹੁਸਨ ਰਾਮ ਲਈ ਅੱਧੀ ਰਾਤ ਲਈ ਗਾਏ ਇਸ ਯਾਦਗਾਰੀ ਗੀਤ ਦੀ ਗੁਣਗੁਣਾਹਟ ਨੂੰ ਸੁਣ ਕੇ ਮੇਰੇ ਜਿਸਮ ਵਿੱਚ ਬਿਜਲੀ ਦੇ ਕਰੰਟ ਵਰਗਾ ਕੁਝ ਨਿਕਲਿਆ। ਮੈਨੂੰ ਸਦਾ ਅਫਸੋਸ ਰਹੇਗਾ ਕਿ ਭਾਵੇਂ ਮੈਂ ਫਰਵਰੀ 1982 ਚ ਮਲਕਾਏ ਤਰਨਮ ਨਾਲ ਆਮਣੇ ਸਾਹਮਣੇ ਮਿਲਿਆ ਸਾਂ ਤੇ ਉਹਨੇ ਮੇਰੇ ਲਈ ਜ਼ੀਨਤ ਫਿਲਮ ਦਾ ਬੇਸ਼ਕੀਮਤੀ ਗੀਤ ਬੁਲਬੁਲੇ ਮਤ ਰੋ ਯਹਾਂ ਆਂਸੂ ਬਹਾਨਾ ਹੈ ਮਨਾ ਗੁਣਗੁਣਾ ਕੇ ਵੀ ਸੁਣਾਇਆ ਸੀ। ਮੈਂ ਕਦੇ ਵੀ ਉਹਨੂੰ ਫੋਨ ਤੇ ਨਹੀਂ ਸੁਣ ਸਕਿਆ ਤਾਂ ਕਿ ਉਹਦੀਆਂ ਅਜਿਹੀਆਂ ਸੁਰਾਂ ਦਾ ਮੁਕਾਬਲਾ ਲਤਾ ਨਾਲ ਕਰ ਸਕਾਂ। ਲਤਾ ਅੱਜ ਕਹਿ ਸਕਦੀ ਹੈ, ਮੈਂ ਕਦੇ ਵੀ ਸੋਚ ਸਮਝ ਕੇ ਨੂਰ ਜਹਾਂ ਦੀ ਨਕਲ ਨਹੀਂ ਕੀਤੀ। ਫਿਰ ਵੀ ਉਹਨੇ 21 ਸਤੰਬਰ 1952 ਨੂੰ ਲਿਖੇ ਇੱਕ ਲੇਖ 'ਚ ਮਲਕਾਏ ਤਰਨਮ ਦੀ ਦੇਣ ਨੂੰ ਤਸਲੀਮ ਕੀਤਾ। ਲਤਾ ਨੇ ਕਰੀਬ 40 ਸਾਲ ਪਹਿਲਾਂ ਲਿਖਿਆ ਸੀ ਤੇ ਮੈਂ ਇਹਨੂੰ ਉਸੇ ਰੂਪ 'ਚ ਪੇਸ਼ ਕਰ ਰਹੀ ਹਾਂ ਜਿਸ ਰੂਪ 'ਚ ਇਹ 26 ਸਤੰਬਰ 1952 ਨੂੰ ਬੰਬਈ ਦੇ ਇੱਕ ਹਫ਼ਤਾਵਾਰ ਪਰਚੇ ਵਿੱਚ ਛਪਿਆ ਸੀ। 21 ਸਤੰਬਰ ਨੂਰ ਜਹਾਂ ਦਾ ਜਨਮ ਦਿਨ ਸੀ ਤੇ ਮੈਂ ਜਿਹੜੀ ਕਿ ਉਹਨੂੰ ਆਪਣੀ ਨੇੜਲੀ ਸਹੇਲੀ ਤੇ ਗੁਰੂ ਮੰਨਦੀ ਹਾਂ, ਉਹਦੇ ਹੁਨਰ ਨੂੰ ਸਲਾਮ ਕਰਦੀ ਹਾਂ। ਕਿਹਾ ਜਾਂਦਾ ਹੈ ਕਿ ਦੂਰੀਆਂ ਨਾਲ ਪ੍ਰੇਮ ਵੱਧਦਾ ਹੈ। ਮੈਂ ਸਿਰਫ ਇਹ ਜਾਣਦੀ ਹਾਂ ਕਿ ਸਾਡੇ ਵਿਛੋੜੇ ਨੇ ਸਾਨੂੰ ਬਹੁਤ ਦਰਦ ਦਿੱਤਾ ਹੈ। ਹੁਣ ਵੀ ਜਦੋਂ ਮੈਂ ਇਕੱਠਿਆਂ ਬਿਤਾਏ ਸਮੇਂ ਨੂੰ ਚੇਤੇ ਕਰਦੀ ਹਾਂ ਤਾਂ ਮੇਰਾ ਮਨ ਉਹਨਾਂ ਹਾਲਾਤ ਵਿਰੁੱਧ ਬਗਾਵਤ ਕਰਨ ਲੱਗਦਾ ਹੈ ਜਿਨ੍ਹਾਂ ਨੇ ਸਾਡੇ ਦਰਮਿਆਨ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਸਨ। ਨੂਰ ਜਹਾਂ ਦੇ ਅਣਗਿਣਤ ਦੋਸਤ ਭਾਰਤ ਵਿੱਚ ਉਹਦੇ ਰਿਕਾਰਡ ਸੁਣ ਕੇ ਤਸੱਲੀ ਕਰ ਲੈਂਦੇ ਹਨ ਤੇ ਮੈਨੂੰ ਵੀ ਉਸੇ ਤਰ੍ਹਾਂ ਹੀ ਤਸੱਲੀ ਕਰਨੀ ਪੈਂਦੀ ਹੈ। ਪਰ ਜਦੋਂ ਉਹਨੂੰ ਨਿੱਜੀ ਤੌਰ ਤੇ ਸੁਣਨ ਦੀ ਇੱਛਾ ਪ੍ਰਬਲ ਹੁੰਦੀ ਹੈ ਤਾਂ ਮੈਂ ਟੈਲੀਫੋਨ ਦੀ ਸਹਾਇਤਾ ਲੈਂਦੀ ਹਾਂ ਤੇ ਸੈਂਕੜੇ ਮੀਲਾਂ ਦੀ ਦੂਰੀ ਤੈਅ ਕਰ ਲੈਂਦੀ ਹਾਂ। ਕਈ ਸਾਲਾਂ ਦੇ ਵਕਫੇ ਮਗਰੋਂ ਉਹਨੂੰ ਮਿਲਣ ਲਈ ਕੁਝ ਸਮਾਂ ਪਹਿਲਾਂ ਮੈਂ ਜਲੰਧਰ ਗਈ ਸਾਂ ਤੇ ਭਾਰਤ ਤੇ ਪਾਕਿਸਤਾਨ ਵਿਚਕਾਰਲੀ ਸਰਹੱਦ ਉੱਤੇ ਅਸੀਂ ਖੁਸ਼ੀ ਭਰੀਆਂ ਚੀਕਾਂ ਮਾਰ ਕੇ ਮਿਲੀਆਂ। ਮੈਂ ਉਹ ਪਲ ਕਦੇ ਨਹੀਂ ਭੁੱਲਾਂਗੀ ਜਦੋਂ ਉਹਨੇ ਮੈਨੂੰ ਗਲਵੱਕੜੀ 'ਚ ਲਿਆ ਤੇ ਉਹਦੀਆਂ ਗੱਲਾਂ ਉੱਤੇ ਅੱਥਰੂ ਵਹਿ ਤੁਰੇ ਜਿਹੜੇ ਕਿ ਉਹਦੇ ਮੇਰੇ ਪ੍ਰਤੀ ਪਿਆਰ ਦੀ ਨਿਸ਼ਾਨੀ ਸਨ। ਲੋਕ ਸਾਡੇ ਪਿਆਰ ਉੱਤੇ ਹੈਰਾਨ ਹੁੰਦੇ ਹਨ, ਸ਼ਾਇਦ ਇਸ ਲਈ ਕਿ ਉਹ ਸਾਡੇ ਦਰਮਿਆਨ ਪੇਸ਼ੇਵਰ ਵਿਰੋਧ ਦੀਆਂ ਗੱਲਾਂ ਕਰਦੇ ਹਨ। ਉਹਨਾਂ ਨੂੰ ਮੈਂ ਕਹਿੰਦੀ ਹਾਂ ਕਿ ਨੂਰ ਜਹਾਂ ਮੇਰੇ ਲਈ ਵੱਡੀ ਭੈਣ ਬਰੋਬਰ ਹੈ। ਮੈਂ ਉਹਨੂੰ ਦੀਦੀ ਕਹਿ ਕੇ ਬੁਲਾਉਂਦੀ ਹਾਂ ਤੇ ਉਹ ਇੱਕ ਤਰ੍ਹਾਂ ਨਾਲ ਮੇਰਾ ਗੁਰੂ ਹੈ ਕਿਉਂਕਿ ਮੈਂ ਉਹਦੀ ਦਿਲਕਸ਼ ਆਵਾਜ਼ ਨੂੰ ਆਪਣਾ ਆਦਰਸ਼ ਰੱਖਿਆ। ਨੂਰ ਜਹਾਂ ਦੀ ਦਿਲਕਸ਼ ਆਵਾਜ਼ ਲਤਾ ਦਾ ਆਦਰਸ਼ ਸੀ। ਆਦਰਸ਼ ਨਹੀਂ ਸਗੋਂ ਮਾਡਲ ਸੀ। ਇਹਦਾ ਪ੍ਰਗਟਾਵਾ ਉਹਦੇ ਪਹਿਲੇ ਗੀਤਾਂ 'ਚ ਮਿਲਦਾ ਸੀ ਜਿਨ੍ਹਾਂ ਵਿੱਚ ਮਲਕਾਏ ਤਰਨਮ ਦੀ ਝਲਕ ਪਾਈ ਜਾਂਦੀ ਸੀ। ਅਸਲ 'ਚ ਭਾਰਤੀ ਫਿਲਮਾਂ ਦੇ ਸੰਗੀਤ ਨਿਰਦੇਸ਼ਕ ਨੂਰ ਜਹਾਂ ਦੀ ਆਵਾਜ਼ ਦੇ ਆਦਰਸ਼ਕ ਆਵਾਜ਼ ਹੋਣ ਦੇ ਇੰਨੇ ਦੀਵਾਨੇ ਸਨ ਕਿ ਉਹਨਾਂ ਨੇ ਲਤਾ ਨੂੰ ਨੂਰ ਜਹਾਂ ਦੀ ਨਕਲ ਕਰਨੋਂ ਰੋਕਣ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਕੀਤੀ, ਕਿਉਂਕਿ ਭਾਰਤੀ ਸੰਗੀਤ ਨਿਰਦੇਸ਼ਕਾਂ ਲਈ ਇੱਕੋ ਇੱਕ ਗੱਲ ਅੰਤਿਮ ਉਤਪਾਦਨ ਸੀ ਤੇ ਜੋ ਕੁਝ ਅੰਤਿਮ ਰੂਪ 'ਚ ਉਹ ਲਤਾ ਤੋਂ ਹਾਸਲ ਕਰਦੇ ਸਨ ਉਹ ਕਿਸੇ ਵੀ ਤਰ੍ਹਾਂ ਨੂਰ ਜਹਾਂ ਤੋਂ ਪ੍ਰਾਪਤ ਸਿੱਟੇ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ। ਗੀਤਾਂ ਨੂੰ ਸੁਣਨਾ ਇੱਕ ਤਜਰਬਾ ਹੈ ਤੇ ਲਤਾ ਦੇ ਅਸਲੀ ਗੁਰੂ ਅਨਿਲ ਵਿਸ਼ਵਾਸ ਵੱਲੋਂ ਤਿਆਰ ਕੀਤੀਆਂ ਧੁਨਾਂ ਵਿੱਚੋਂ ਕੋਈ ਵੀ ਗੁਣਗੁਣਾ ਕੇ ਦੇਖ ਲਓ। ਇੱਕ ਦਿਲ ਕਾ ਲਗਾਨਾ ਬਾਕੀ ਥਾ, ਅਨੋਖਾ ਪਿਆਰ, बरस बरस बदली भी बिखर गई गजरे, जाना न दिल से दूर आंखों से दूर जाके आरजू ते तुम ही कहो मेरा मन क्यों ना रहे उदास, गर्ल्स स्कूल। इस तरह अनिल विश्वास वर्गे चंगे संगीत निर्देशक ने भी
ਲਤਾ ਮੰਗੇਸ਼ਕਰ ਨੂੰ ਨੂਰ ਜਹਾਂ ਦੇ ਪ੍ਰਭਾਵ ਹੇਠ ਰਹਿਣ ਦਿੱਤਾ ਤੇ ਇਹ ਦੱਸਣ ਵਿੱਚ ਸਮਾਂ ਲਾਇਆ ਕਿ ਉਹਦੀ ਆਪਣੀ ਆਵਾਜ਼ ਹੀ ਬਹੁਤ ਸੁੰਦਰ ਤੇ ਨਿਵੇਕਲੀ ਹੈ। ਹੌਲੀ ਹੌਲੀ ਕਰਕੇ ਹੀ ਅਨਿਲ ਵਿਸ਼ਵਾਸ ਨੇ ਲਤਾ ਨੂੰ ਨੂਰ ਜਹਾਂ ਦੇ ਪਰਛਾਵੇਂ ਤੋਂ ਬਾਹਰ ਕੱਢਿਆ ਤੇ ਜਿਸ ਮਕਸਦ ਲਈ ਮਤਵਾਲੇ ਨੈਣੋਂ ਵਾਲੇ ਕੇ ਮੈਂ ਵਾਰੀ ਜਾਊਂ ਬੇਕਸੂਰ मन में किसकी प्रीत बदहाले आराम बदली तेरी नज़र तो नज़ारे बदल गए बड़ी बहू बेईमान तोरे नैनन निंदिया नाए तराना तेरे सब गम मिले मुझको तुझे खुशियाँ ज़माने की हमदर्द आँखों में चित चोर समाए राही कह दो कि मोहब्बत से न टकराए ज़माना मान वो जाने वाले राही एक पल रुक जाना राही कटती है अब तो ज़िंदगी नाज रूट के तुम जो चल दिए जलती निशानी वर्गे बेमिसाल गीत गुआए थे मगरली नस्ल लई इंतज़ार और अभी और अभी और अभी चार दिल चार रहें ते जा मैं तोसे नहीं बोलूं सोतेला भाई वर्गे गीत दिते। मेरे नज़रिए मुताबिक अनिल विश्वास ना सिर्फ लता मंगेशकर दे गुणां नूं पहचानण वाला पहला बंदा सी सगों नूं ਵਧਾਉਣ ਵਾਲਾ ਸੀ। ਫਿਰ ਵੀ ਜਦੋਂ ਮੈਂ ਬੰਬਈ 'ਚ ਤਾਜ ਹੋਟਲ 'ਚ ਸਪੈਸ਼ਲ ਰਿਕਾਰਡ ਅਫਸੋਸ ਕਿ ਸਿਰਫ ਪ੍ਰਾਈਵੇਟ ਤੌਰ 'ਤੇ ਹੀ ਵੰਡਿਆ ਗਿਆ ਸੀ ਜਿਹੜਾ ਕਿ HMV ਵੱਲੋਂ ਲਤਾ ਦੇ ਫਿਲਮਾਂ 'ਚ 25 ਸਾਲ ਪੂਰੇ ਹੋਣ 'ਤੇ ਕੱਢਿਆ ਗਿਆ ਸੀ ਦੇ ਰਿਲੀਜ਼ ਸਮਾਗਮ 'ਤੇ ਪੁੱਛਿਆ ਕਿ ਇਸ ਚੈਨਲ ਵਿਸ਼ਵਾਸ ਦਾ ਕੋਈ ਗੀਤ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਤਾਂ ਲਤਾ ਦਾ ਜਵਾਬ ਬਹੁਤ ਅਜੀਬ ਸੀ। ਲਤਾ ਨੇ ਕਿਹਾ ਗੀਤਾਂ ਦੀ ਚੋਣ ਮੇਰੀ ਨਹੀਂ ਹੈ ਦੂਸਰੇ ਮੈਂ ਅਨਿਲ ਵਿਸ਼ਵਾਸ ਲਈ ਬਹੁਤਾ ਗਾਇਆ ਵੀ ਨਹੀਂ ਹੈ। ਜਿਸ ਸ਼ਖਸ ਨੇ ਲਤਾ ਨੂੰ ਨੂਰ ਜਹਾਂ ਦੇ ਪ੍ਰਭਾਵ ਤੋਂ ਮੁਕਤ ਕਰਵਾਇਆ ਸੀ ਉਹ ਇਸ ਜਵਾਬ ਤੋਂ ਔਖਾ ਸੀ। ਅਨਿਲ ਵਿਸ਼ਵਾਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ। ਗੀਤ ਨਾ ਸ਼ਾਮਲ ਕਰਨ ਦੇ ਨਾਲ ਨਾਲ ਇੱਕ ਹੋਰ ਬੇਇੱਜ਼ਤੀ ਵਾਲੀ ਗੱਲ ਇਹ ਕਹਿਣਾ ਕਿ ਲਤਾ ਨੇ ਇਸ ਨਾਲ ਘੱਟ ਗਾਇਆ ਹੈ। ਇਹ ਗੱਲ ਰਿਕਾਰਡ ਤੇ ਹੈ ਕਿ ਲਤਾ ਨੇ ਅਨਿਲ ਵਿਸ਼ਵਾਸ ਲਈ 30 ਫਿਲਮਾਂ 'ਚ 123 ਗੀਤ ਗਾਏ ਜਿਨ੍ਹਾਂ 'ਚੋਂ 90 ਦੇ ਕਰੀਬ ਜਾਂ ਤਾਂ ਸੋਲੋ ਸਨ ਤੇ ਜਾਂ ਕੋਰਸ ਸਨ। ਲਤਾ ਦੇ ਇਸ ਤਰ੍ਹਾਂ ਕਹਿਣ ਕਿ ਉਹਨੇ ਅਨਿਲ ਵਿਸ਼ਵਾਸ ਨਾਲ ਬਹੁਤਾ ਨਹੀਂ ਗਾਇਆ ਨੂੰ ਇਸ ਗੱਲ ਦੇ ਸਬੂਤ ਵਜੋਂ ਲੈਣਾ ਚਾਹੀਦਾ ਹੈ ਕਿ ਜਿਉਂਦੇ ਜੀ ਸੰਸਥਾ ਬਣਨ ਵਾਲੇ ਲੋਕਾਂ ਦੇ ਜੀਵਨ 'ਚ ਵਿਰੋਧਾਭਾਸ ਹੋਣੇ ਆਮ ਗੱਲ ਹੈ। ਅਨਿਲ ਵਿਸ਼ਵਾਸ ਨੇ ਆਪਣੀ ਪਤਨੀ ਮੀਨਾ ਕਪੂਰ ਨੂੰ ਕੁਝ ਹੱਦ ਤੱਕ ਉਭਾਰਨ ਦੀ ਕੋਸ਼ਿਸ਼ ਕੀਤੀ ਪਰ ਇਸ ਬਦਲੇ ਵੀ ਲਤਾ ਨੂੰ ਸਿਲਵਰ ਜੁਬਲੀ ਦੇ ਮੌਕੇ ਉੱਤੇ ਅਨਿਲ ਵਿਸ਼ਵਾਸ ਵਰਗੇ ਨਿਰਦੇਸ਼ਕ ਬਾਰੇ ਇਸ ਤਰ੍ਹਾਂ ਕਹਿਣ ਦਾ ਬਹਾਨਾ ਨਹੀਂ ਸੀ ਮਿਲ ਸਕਦਾ। ਪਰ ਅਨਿਲ ਵਿਸ਼ਵਾਸ ਨਾਲ ਬਹੁਤਾ ਨਾ ਗਾਉਣ ਬਾਰੇ ਲਤਾ ਦੇ ਕਥਨ ਦਾ ਵਿਰੋਧ ਉਸ ਵੱਲੋਂ ਜਨਵਰੀ 1958 'ਚ ਲਿਖੇ ਇੱਕ ਲੇਖ 'ਚੋਂ ਮਿਲਦਾ ਹੈ। ਅਨਿਲ ਵਿਸ਼ਵਾਸ ਦੇ ਰੂਪ 'ਚ ਇੱਕ ਹੋਰ ਕਲਾਸੀਕਲ ਤੇ ਫੋਕ ਸੰਗੀਤਕਾਰ ਉੱਭਰਿਆ ਹੈ। ਬੰਗਾਲੀ ਫੋਕ ਸੰਗੀਤ ਦੇ ਮਾਹਰ ਅਨਿਲ ਨੂੰ ਉਰਦੂ ਦੀਆਂ ਕਾਵਿਕ ਤੇ ਸੰਗੀਤਕ ਰਿਵਾਇਤਾਂ ਦਾ ਇਲਮ ਹੈ। ਇਸ ਅਮੀਰ ਗਿਆਨ ਰਾਹੀਂ ਉਹਨੇ ਇੱਕ ਵੱਖਰੀ ਸ਼ੈਲੀ ਘੜੀ ਹੈ। ਮੈਨੂੰ ਚੇਤੇ ਹੈ ਕਿ ਅਸੀਂ ਇੱਕ ਗੀਤ ਰਿਕਾਰਡ ਕਰ ਰਹੇ ਸਾਂ ਜਿਸ ਦੀ ਇੱਕ ਸਤਰ 'ਚ ਸ਼ਬਦ 1000 ਆਉਂਦਾ ਸੀ ਤੇ ਅਨਿਲ ਨੇ ਮੈਨੂੰ ਇਸ ਸ਼ਬਦ ਉੱਤੇ ਤਾਨ ਲੰਬੀ ਕਰਨ ਲਈ ਕਿਹਾ ਤਾਂ ਕਿ ਇਹਦੀ ਮਹੱਤਤਾ ਵੱਧ ਸਕੇ। ਗੀਤ ਉੱਤੇ ਕੰਮ ਕਰਦੇ ਸਮੇਂ ਸੰਗੀਤ ਨਿਰਦੇਸ਼ਕਾਂ ਦੇ ਮਨ 'ਚ ਉਸ ਗਾਇਕ ਦੀ ਆਵਾਜ਼ ਹੁੰਦੀ ਹੈ ਜਿਸ ਪਾਸੋਂ ਉਹ ਗੀਤ ਰਿਕਾਰਡ ਕਰਾਉਣਾ ਚਾਹੁੰਦੇ ਹੋਣ। ਅਨਿਲ ਇੰਜ ਨਹੀਂ ਸੀ ਕਰਦਾ। ਉਹ ਗਾਇਕ ਦੀ ਧਿਆਨ ਨੂੰ ਵਿੱਚ ਨਹੀਂ ਰੱਖਦਾ। ਇੱਕ ਵਾਰੀ ਧੁਨ ਤਿਆਰ ਹੋ ਜਾਏ ਤਾਂ ਉਹ ਗਾਇਕ ਦੇ ਗਲੇ 'ਚੋਂ ਇਹਨੂੰ ਖਿੱਚ ਹੀ ਲੈਂਦਾ ਹੈ ਤੇ ਉਹ ਵੀ ਸਫਲਤਾ ਨਾਲ। ਅਨਿਲ ਆਪਣੀਆਂ ਧੁਨਾਂ ਫਿਲਮ ਦੀ ਸਥਿਤੀ ਮੁਤਾਬਕ ਬਣਾਉਂਦਾ ਹੈ। ਭਾਰਤ ਦੇ ਕਲਾਸੀਕਲ ਸੰਗੀਤ ਵਿੱਚ ਦਿਨ ਤੇ ਰਾਤ ਦੇ ਵੱਖ-ਵੱਖ ਸਮਿਆਂ ਲਈ ਰਾਗ ਹਨ। ਅਨਿਲ ਦੇ ਗੀਤ ਫਿਲਮ ਵਿੱਚ ਵਾਪਰਨ ਵਾਲੇ ਸਮੇਂ ਉੱਤੇ ਢੁਕਵੇਂ ਰਾਗਾਂ 'ਚ ਹਨ। ਮੈਂ ਅਨਿਲ ਵਿਸ਼ਵਾਸ ਤੋਂ ਬਹੁਤ ਗੱਲਾਂ ਸਿੱਖੀਆਂ ਹਨ। ਮਹਾਰਾਸ਼ਟਰ ਵਿੱਚ ਆਮ ਦੇਖਿਆ ਗਿਆ ਕਿ ਗਾਇਕ ਲਫ਼ਜ਼ਾਂ ਨੂੰ ਨਜ਼ਰ ਅੰਦਾਜ਼ ਕਰਦੇ ਹਨ ਤੇ ਧੁਨ ਉੱਤੇ ਵਧੇਰਾ ਧਿਆਨ ਦਿੰਦੇ ਹਨ। ਕਿਸੇ ਸਮੇਂ ਮੈਂ ਵੀ ਐਵੇਂ ਹੀ ਕਰਦੀ ਸੀ ਪਰ ਅਨਿਲ ਨੇ ਮੈਨੂੰ ਦੱਸਿਆ ਕਿ ਮਾਈਕ੍ਰੋਫੋਨ ਉੱਤੇ ਸਪਸ਼ਟਤਾ ਲਈ ਬੋਲ ਦੀ ਸਪਸ਼ਟਤਾ ਕਿਵੇਂ ਕਾਇਮ ਰੱਖੀ ਜਾਏ। ਕਈ ਮਹੀਨਿਆਂ ਤੱਕ ਮੈਂ ਅਨਿਲ ਨਾਲ ਆਵਾਜ਼ ਦੀ ਬਣਤਰ ਬਾਰੇ ਸਿੱਖਦੀ ਰਹੀ। ਅਨਿਲ ਦੀ ਸਿਖਲਾਈ ਸਦਕਾ ਮੈਂ ਇੱਕ ਹੋਰ ਗੱਲ ਇਹ ਸਿੱਖੀ ਹੈ ਕਿ ਗਾਉਂਦੇ ਸਮੇਂ ਗੀਤ ਨੂੰ ਰੋਕੇ ਬਿਨਾਂ ਸਾਹ ਕਿਵੇਂ ਲਿਆ ਜਾਏ। ਮੈਂ ਇਸ ਉੱਤੇ ਇੰਨੀ ਮਿਹਨਤ ਕੀਤੀ ਕਿ ਆਖਿਰਕਾਰ ਇਹ ਪਤਾ ਲੱਗਣਾ ਬੰਦ ਹੋ ਗਿਆ ਕਿ ਮੈਂ ਸਾਹ ਕਿਸ ਵੇਲੇ ਲੈਂਦੀ ਹਾਂ। ਅਨਿਲ ਤੋਂ ਇੱਕ ਹੋਰ ਕੀਮਤੀ ਸਬਕ ਮੈਂ ਇਹ ਸਿੱਖਿਆ ਕਿ ਭਾਵੇਂ ਗੀਤ 'ਚ ਉੱਪਰ ਹੋਵਾਂ ਜਾਂ ਹੇਠਾਂ ਆਵਾਜ਼ 'ਚ ਫਰਕ ਨਾ ਪਏ। ਤੇਰੀ ਆਵਾਜ਼ ਲਤਾ ਮੰਗੇਸ਼ਕਰ ਦੀ ਆਵਾਜ਼ ਰਹਿਣੀ ਚਾਹੀਦੀ ਹੈ ਭਾਵੇਂ ਤੂੰ ਕਿਹੜੀ ਵੀ ਸੁਰ 'ਚ ਕਿਉਂ ਨਾ ਗਾ ਰਹੀ ਹੋਵੇਂ। ਅਨਿਲ ਨੇ ਮੈਨੂੰ ਕਿਹਾ ਇਹ ਕੰਮ ਬਹੁਤ ਮੁਸ਼ਕਿਲ ਹੈ। ਉੱਪਰਲੀ ਗੱਲ ਤੋਂ ਸਪਸ਼ਟ ਹੈ ਕਿ ਗੁਲਾਮ ਹੈਦਰ, ਖੇਮਚੰਦ ਪ੍ਰਕਾਸ਼, ਨੌਸ਼ਾਦ ਅਲੀ,
ਜਾਂ ਸੱਜਾਦ ਹੁਸੈਨ ਨਾਲੋਂ ਵੀ ਵੱਧ ਅਨਿਲ ਵਿਸ਼ਵਾਸ ਸੀ, ਜਿਨੇ ਲਤਾ ਮੰਗੇਸ਼ਕਰ ਨੂੰ ਲਤਾ ਮੰਗੇਸ਼ਕਰ ਬਣਾਉਣ ਵਿੱਚ ਯੋਗਦਾਨ ਪਾਇਆ। ਅਨਿਲ ਵਿਸ਼ਵਾਸ ਨੇ ਉਸ ਨੂੰ ਮੁੱਢਲੇ ਦੌਰ ਵਿੱਚ ਸਾਹ ਦਾ ਕੰਟਰੋਲ ਸਿਖਾਇਆ, ਜਿਸ ਰਾਹੀਂ ਉਹ ਗਾਉਂਦੇ ਸਮੇਂ ਗੀਤ ਨੂੰ ਰੋਕੇ ਬਿਨਾਂ ਸਾਹ ਲੈ ਸਕਦੀ ਸੀ। ਤੇ ਇਹੀ ਗੱਲ ਸੀ ਜਿਹਨੇ, ਜਿਵੇਂ ਕਿ ਅਨੋਖਾ ਪਿਆਰ ਵਿਚਲੇ ਅਨਿਲ ਵਿਸ਼ਵਾਸ ਦੇ ਗੀਤ ਮੇਰੇ ਲਈ ਉਹ ਗਮੇ ਇੰਤਜ਼ਾਰ ਛੋੜ ਗਏ ਵਰਗੇ ਬੇਮਿਸਾਲ ਗੀਤ ਗਾਉਣ ਦੀ ਸਮਰੱਥਾ ਬਖਸ਼ੀ। ਫਿਰ ਵੀ ਲਤਾ ਸਿਲਵਰ ਜੁਬਲੀ ਦੀ ਐਲਬਮ ਵਿੱਚ ਸ਼ਾਮਲ ਕਰਨ ਲਈ ਅਨਿਲ ਵਿਸ਼ਵਾਸ ਦੇ ਇੱਕ ਵੀ ਗੀਤ ਦੀ ਸਿਫਾਰਿਸ਼ ਨਹੀਂ ਕਰ ਸਕੀ ਤੇ ਸਿਲਵਰ ਜੁਬਲੀ ਦੇ ਮੌਕੇ ਉੱਤੇ ਲਤਾ ਮੰਗੇਸ਼ਕਰ ਦੇ 10 ਬਿਹਤਰੀਨ ਗੀਤਾਂ ਵਿੱਚ ਵੀ ਅਨਿਲ ਵਿਸ਼ਵਾਸ ਦਾ ਇੱਕ ਵੀ ਗੀਤ ਸ਼ਾਮਲ ਨਹੀਂ ਸੀ। ਇਸ ਲਈ ਕੋਈ ਹੈਰਾਨੀ ਨਹੀਂ ਕਿ ਅਨਿਲ ਵਿਸ਼ਵਾਸ ਉਸ ਇਸਤਰੀ ਦਾ ਵਿਰੋਧੀ ਹੋ ਗਿਆ ਜਿਸ ਲਈ ਉਹਨੇ ਮੰਨਾ ਡੇ ਨਾਲ ਰਲ ਕੇ ਗਾਉਣ ਲਈ ਰਾਗ ਮਲਿਕਾ ਦੀ ਧੁਨ ਤਿਆਰ ਕੀਤੀ ਸੀ। ਸਾਰੰਗ ਤੇ ਮਲਹਾਰ ਤੋਂ ਜੋਗੀਆ ਤੋਂ ਬਸੰਤ ਬਹਾਰ ਵਿੱਚ ਅਨਿਲ ਨੇ ਲਤਾ ਨੂੰ ਇਕਸਾਰਤਾ ਨਾਲ ਉਡਾਈ ਰੱਖਿਆ, ਜਿਵੇਂ ਕਿ ਰਿਤੂ ਆਏ ਰਿਤੂ ਜਾਏ ਸਖੀਰੀ ਵਿੱਚ। ਅਨਿਲ ਵਿਸ਼ਵਾਸ ਦੀ ਇਹ ਰਾਗ ਮਲਿਕਾ ਇੰਨੀ ਲੋਕਪ੍ਰਿਯ ਹੋਈ ਕਿ ਇਸ ਤੋਂ ਪ੍ਰਭਾਵਿਤ ਹੋ ਕੇ ਰੌਸ਼ਨ ਨੇ ਲਤਾ ਤੋਂ ਬਿਕਲ ਮੋਰੇ ਮਨਵਾ ਉਨ ਬਿਨ ਹਾਏ ਆਏ ਨ ਸਜਨਵਾ ਰੁੱਤ ਬੀਤੀ ਜਾਏ ਮਮਤਾ ਗਵਾਇਆ। ਇਹ ਬਹੁਤ ਚੰਗਾ ਗੀਤ ਸੀ, ਪਰ ਇਹ ਲਤਾ ਮੰਨਾ ਡੇ ਦੇ ਹਮਦਰਦ ਕਲਾਸਿਕ ਦੇ ਬਰਾਬਰ ਨਹੀਂ ਪਹੁੰਚ ਸਕਿਆ। ਲਕਸ਼ਮੀਕਾਂਤ ਪਿਆਰੇ ਲਾਲ, ਜਿਨ੍ਹਾਂ ਦੇ ਗੀਤ ਨੂੰ ਲਤਾ ਨੇ ਸਿਲਵਰ ਜੁਬਲੀ ਦੇ 10 ਬਿਹਤਰੀਨ ਗੀਤਾਂ 'ਚ ਸ਼ਾਮਲ ਕੀਤਾ ਸੀ, ਨੇ ਲਤਾ ਮੰਨਾ ਡੇ ਲਈ ਇੱਕ ਰਿਤੂ ਆਏ ਇੱਕ ਰਿਤੂ ਜਾਏ ਦੀਪ ਜਲਾਏ ਦੀਪ ਬੁਝਾਏ 100 ਸਾਲ ਬਾਅਦ ਦਾ ਰਾਗ ਮਲਿਕਾ ਰਾਗ ਪਟਿਆਰ ਤੋਂ ਸ਼ੁਰੂ ਕਰਕੇ ਤਿਆਰ ਕੀਤੀ। ਪਰ ਵਿਚਾਰਾਂ ਦੇ ਮੇਲ ਦੇ ਬਾਵਜੂਦ ਇਹ ਕਿਤੇ ਨਾ ਕਿਤੇ ਅਨਿਲ ਵਿਸ਼ਵਾਸ ਦੀ ਮੂਲ ਰਾਗ ਮਲਿਕਾ ਤੋਂ ਪਿੱਛੇ ਰਹਿ ਗਈ। ਦੂਰ ਆਂਧਰਾ ਦਾ ਆਦਿ ਨਾਰਾਇਣ ਰਾਓ ਹੀ ਲਤਾ ਰਫੀ ਦੀ ਆਵਾਜ਼ ਵਿੱਚ ਸਵਰਨ ਸੁੰਦਰੀ ਦਾ ਗੀਤ ਕੁਹੂ ਕੁਹੂ ਬੋਲੇ ਕੋਇਲੀਆ ਦੇ ਸੰਗੀਤ ਰਾਹੀਂ ਰਾਗ ਸੋਨੀ ਤੋਂ ਸ਼ੁਰੂ ਕਰਕੇ ਅਨਿਲ ਦੀ ਬਰਾਬਰੀ ਤੱਕ ਪਹੁੰਚ ਸਕਿਆ। ਸ਼ਾਇਦ ਇਸ ਲਈ ਕਿ ਦੱਖਣੀ ਭਾਰਤ 'ਚ ਰਾਗ ਮਲਿਕਾ ਆਮ ਗਾਈ ਜਾਂਦੀ ਹੈ। ਜਦੋਂ ਅਨਿਲ ਵਿਸ਼ਵਾਸ ਨੇ ਇਹਨੂੰ ਹਮਦਰਦ ਵਿੱਚ ਰਿਤੂ ਆਏ ਰਿਤੂ ਜਾਏ ਸਖੀਰੀ ਵਿੱਚ ਢਾਲਿਆ ਤਾਂ ਉਸ ਵੇਲੇ ਹਿੰਦੁਸਤਾਨੀ ਸਿਨੇਮੇ ਵਿੱਚ ਇਹਦਾ ਪ੍ਰਚਲਨ ਨਹੀਂ ਸੀ। ਇਸ ਲਈ ਲਤਾ ਮੰਗੇਸ਼ਕਰ ਇਸ ਮਹਾਨ ਸੰਗੀਤਕਾਰ ਦੀ ਕਿਤੇ ਵੱਡੀ ਦੇਣਦਾਰ ਬਣ ਜਾਂਦੀ ਹੈ, ਖਾਸ ਕਰਕੇ ਜਦੋਂ ਸਿਤਾਰਾ ਬਣ ਜਾਂਦੀ ਹੈ। ਉਹੀ ਅਨਿਲ ਵਿਸ਼ਵਾਸ ਲਤਾ ਦੇ ਗੁਣਾਂ ਦਾ ਉਹਦੀ ਸਿਲਵਰ ਜੁਬਲੀ ਦੇ 3 ਸਾਲਾਂ ਮਗਰੋਂ ਜ਼ਿਕਰ ਕਰਦੇ ਹੋਏ ਆਪਣੀ ਮਹਾਨਤਾ ਨੂੰ ਉਜਾਗਰ ਕਰਦਾ ਹੈ, ਜਦੋਂ ਕਹਿੰਦਾ ਹੈ ਕਿ ਆਸ਼ਾ ਦੀ ਆਵਾਜ਼ ਸਰੀਰ ਸੀ ਲਤਾ ਦੀ ਆਤਮਾ, ਅਜਿਹੀ ਆਤਮਾ ਜਿਹੜੀ ਅਨਿਲ ਦੇ ਕਬ ਤੱਕ ਰਹੇਗਾ ਪਰਦਾ ਨੂਤਨ ਹੀਰ ਦਾ ਰੋਲ ਕਰਦੀ ਹੈ, ਵਿੱਚ ਜਿਵੇਂ ਦਿਲ ਨੂੰ ਛੂੰਹਦੀ ਹੈ। ਸਿਰਫ ਲਤਾ ਹੀ ਅਨਿਲ ਵਿਸ਼ਵਾਸ ਦੀ ਦਰਦ ਭਰੀ ਮੰਗ ਨੂੰ ਪੂਰਾ ਕਰ ਸਕਦੀ ਸੀ, ਜਿਹਦੀ ਅੱਲਾ ਵੀ ਹੈ ਮਲਾ ਵੀ ਹੈ ਕਸ਼ਤੀ ਹੈ ਕਿ ਡੂਬੀ ਜਾਤੀ ਹੈ ਮਾਨ ਵਿੱਚ ਚਿੱਤਰਾ ਉੱਤੇ ਫਿਲਮਾਇਆ ਵਿੱਚ ਜ਼ਰੂਰਤ ਸੀ। ਮੁੱਕਦੀ ਗੱਲ ਕਿ ਅਨਿਲ ਵਿਸ਼ਵਾਸ ਲਤਾ ਨੂੰ ਨੂਰ ਜਹਾਂ ਦੇ ਪਰਛਾਵੇਂ ਤੋਂ ਬਾਹਰ ਕੱਢ ਰਿਹਾ ਸੀ, ਜਦਕਿ ਬਾਕੀ ਦੇ ਸੰਗੀਤਕਾਰ ਜਿਹੜੇ ਉਨੇ ਹੀ ਮਸ਼ਹੂਰ ਸਨ ਉਸ ਵੱਲੋਂ ਦਿੱਤੇ ਜਾ ਰਹੇ ਮਲਕਾਏ ਤਰਨਮ ਦੇ ਪ੍ਰਭਾਵ ਉੱਤੇ ਹੀ ਖੁਸ਼ ਸਨ। ਨੌਸ਼ਾਦ ਦੇ ਉਠਾਏ ਜਾ ਉਨਕੇ ਸਿਤਮ ਤੇ ਤੋੜ ਦਿਆ ਦਿਲ ਮੇਰਾ ਬੇਸ਼ਕੀਮਤੀ ਐਨ 35771 ਅੰਦਾਜ਼ ਰਿਕਾਰਡ ਦੇ ਦੋਵੇਂ ਪਾਸੇ ਨੂੰ ਹੀ ਲਓ। ਇਹਨਾਂ ਦੋਵਾਂ ਗੀਤਾਂ 'ਚ ਤੁਹਾਨੂੰ ਨੂਰ ਜਹਾਂ ਵਾਲੀ ਲਤਾ ਸੁਣਾਈ ਦਿੰਦੀ ਹੈ। ਸ਼ਾਮ ਸੁੰਦਰ ਵਰਗਾ ਲਾਹੌਰ ਦਾ ਸੰਗੀਤਕਾਰ ਲਤਾ ਪਾਸੋਂ ਨੂਰ ਜਹਾਂ ਵਾਲਾ ਪ੍ਰਭਾਵ ਹੀ ਚਾਹੁੰਦਾ ਸੀ ਤੇ ਉਹਨੂੰ ਸੁਣ ਲੋ ਸਜਨ ਮੇਰੀ ਬਾਤ ਦਿਲ ਕੀ ਬਾਤ ਰਾਹੀਂ ਇਹ ਪ੍ਰਭਾਵ ਮਿਲਿਆ ਵੀ। ਸਥਿਤੀ ਦੀ ਵਿਆਖਿਆ ਇਹ ਕਹਿ ਕੇ ਕੀਤੀ ਜਾ ਸਕਦੀ ਹੈ ਕਿ ਵੰਡ ਤੋਂ ਪਹਿਲਾਂ ਦਾ ਹਰੇਕ ਸੰਗੀਤਕਾਰ ਲਤਾ ਵਾਂਗ ਹੀ ਨੂਰ ਜਹਾਂ ਨੂੰ ਆਵਾਜ਼ ਦਾ ਆਦਰਸ਼ ਮੰਨ ਕੇ ਵੱਡਾ ਹੋਇਆ ਸੀ। ਪਰ ਸ਼ੰਕਰ ਜੈ ਕਿਸ਼ਨ ਹੋਰਾਂ ਦੀ ਨੂਰ ਜਹਾਂ ਨਾਲ ਕੀ ਪਹਿਚਾਣ ਸੀ? ਜਦੋਂ ਇਹ ਜੋੜੀ ਰਾਜ ਕਪੂਰ ਦੀ ਬਰਸਾਤ 1949 ਰਾਹੀਂ ਮੈਦਾਨ 'ਚ ਉਤਰੀ, ਉਸ ਵੇਲੇ ਤੱਕ ਨੂਰ ਜਹਾਂ ਪਾਕਿਸਤਾਨ ਚਲੀ ਗਈ ਸੀ। ਫਿਰ ਵੀ ਸ਼ੰਕਰ ਜੈ ਕਿਸ਼ਨ ਦੇ ਮੁੱਢਲੇ ਲਤਾ ਦੇ ਗਾਏ ਗੀਤਾਂ ਵਿੱਚ ਨੂਰ ਜਹਾਂ ਦਾ ਪ੍ਰਭਾਵ ਦਿਖਾਈ ਦਿੰਦਾ ਹੈ, ਜਿਵੇਂ ਕਿ ਉनको सितम ने लूट लिया हाय क्या करें काली घटा ਤੇ ਆਂਖੋਂ ਆਂਖੋਂ ਮੈਂ ਤੁਮਕੋ ਛੁਪਾ ਕੇ ਦੇਖ ਲਿਆ ਔਰਤ। ਜਦੋਂ ਤੁਸੀਂ ਸ਼ੰਕਰ ਜੈ ਕਿਸ਼ਨ ਦੇ ਗੀਤਾਂ 'ਚ ਨੂਰ ਜਹਾਂ ਦੇਖਦੇ ਹੋ ਤਾਂ ਤੁਸੀਂ ਇਹ ਸਿੱਟਾ ਕੱਢਣ ਲਈ ਮਜਬੂਰ ਹੋ ਜਾਂਦੇ ਹੋ ਕਿ ਸਾਡੇ ਸੰਗੀਤਕਾਰਾਂ ਕਰਕੇ ਨਹੀਂ, ਸਗੋਂ ਉਹਨਾਂ ਦੇ ਬਾਵਜੂਦ ਲਤਾ ਮੰਗੇਸ਼ਕਰ ਨੂਰ ਜਹਾਂ ਦੇ ਪ੍ਰਭਾਵ ਹੇਠੋਂ ਇਸ ਕਾਰਨ ਨਿਕਲ ਸਕੀ ਕਿਉਂਕਿ ਇਹਦੇ ਸਿੱਟੇ ਗਲਤ ਨਿਕਲਣੇ ਸ਼ੁਰੂ ਹੋ ਗਏ ਸਨ। ਨੂਰ ਜਹਾਂ ਪਹਿਲੂ ਦਾ ਪ੍ਰਗਟਾਵਾ ਇਸ ਗੱਲ ਤੋਂ ਵੀ ਹੁੰਦਾ ਹੈ
ਕਿ ਸਾਡੇ ਸੰਗੀਤ ਨਿਰਦੇਸ਼ਕਾਂ ਨੇ ਸੁਮਨ ਕਲਿਆਣਪੁਰੀ ਨੂੰ ਇਸ ਤਰੀਕੇ ਨਾਲ ਗਾਉਣ ਲਈ ਮਜਬੂਰ ਕੀਤਾ। ਸੁਮਨ ਕਲਿਆਣਪੁਰੀ ਦੀ ਆਪਣੀ ਵੱਖਰੀ ਤੇ ਨਿਵੇਕਲੀ ਆਵਾਜ਼ ਸੀ, ਇਸ ਲਈ ਕਿਸੇ ਨਾ ਕਿਸੇ ਮੌਕੇ ਤੇ ਇਹਨੂੰ ਸੋਚਵਾਨ ਗਾਇਕਾ ਹੁੰਦਿਆਂ ਹੋਇਆਂ ਲਤਾ ਦੀ ਨਕਲ ਕਰਨੀ ਬੰਦ ਕਰਨੀ ਪੈਣੀ ਸੀ, ਤਾਂ ਹੀ ਉਹ ਆਪਣੀ ਵੱਖਰੀ ਆਵਾਜ਼ ਦਾ ਲੋਹਾ ਮਨਵਾ ਸਕਦੀ ਸੀ। ਸਾਡੇ ਸ਼ੰਕਰ ਜੈਕਿਸ਼ਨ ਵਰਗੇ ਸੰਗੀਤਕਾਰ ਸੁਮਨ ਤੋਂ HMV ਲਈ आज कल तेरे मेरे प्यार के चर्चे हर ज़बान पे गवाउण ਲਈ ਇਸ ਕਾਰਨ ਮਜਬੂਰ ਹੋਏ ਸਨ ਕਿਉਂਕਿ ਲਤਾ ਮੰਗੇਸ਼ਕਰ ਨੇ ਉਨੀ ਦੇਰ ਰਫੀ ਨਾਲ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿੰਨੀ ਦੇਰ ਤੱਕ 1967 ਤੱਕ ਚੋਟੀ ਤੱਕ ਪਹੁੰਚ ਚੁੱਕੇ ਇਹਨਾਂ ਦੋਵਾਂ ਗਾਇਕਾਂ ਵਿਚਲੇ ਰਾਇਲਟੀ ਦਾ ਝਗੜਾ ਨਹੀਂ ਸੀ ਨਿਪਟ ਜਾਂਦਾ। ਇਸ ਲਈ ਇਉਂ ਹੀ ਲਤਾ ਤੇ ਰਫੀ ਵਿਚਾਲੇ ਪੇਸ਼ਾਵਰ ਝਗੜਾ ਹੋਇਆ। ਸੁਮਨ ਇੱਕ ਵਾਰ ਫਿਰ ਖੂੰਜੇ ਲੱਗ ਗਈ, ਇਸ ਗੱਲ ਦੇ ਬਾਵਜੂਦ ਕਿ ਸੁਮਨ ਨੇ ਰਫੀ ਨਾਲ ਰਲ ਕੇ नौशाद ਲਈ पालकी फिल्म 'ਚ दिले बेताब को सीने से लगाना होगा ਇੰਨੀ ਖੂਬਸੂਰਤੀ ਨਾਲ ਗਾਇਆ ਸੀ ਕਿ ਉਹਨੂੰ ਸੁਮਨ ਦੀ ਥਾਂ ਯੁਮਨ ਕਲਿਆਣਪੁਰੀ ਕਿਹਾ ਜਾਣ ਲੱਗ ਪਿਆ ਸੀ। ਲਤਾ ਨੇ ਵੀ ਜੇ ਸਿਰਫ ਸੰਗੀਤਕਾਰਾਂ ਉੱਤੇ ਟੇਕ ਰੱਖੀ ਹੁੰਦੀ ਤਾਂ ਉਹਨੂੰ ਵੀ ਨੂਰ ਜਹਾਂ ਵਾਲੇ ਰਸਤੇ ਤੇ ਹੀ ਤੁਰਨਾ ਪੈਂਦਾ, ਕਿਉਂਕਿ ਨੂਰ ਜਹਾਂ ਆਪਣੀ ਲੋਕਪ੍ਰਿਯਤਾ ਦੇ ਸਿਖਰ ਤੇ ਭਾਰਤ ਛੱਡ ਗਈ ਸੀ ਤੇ ਨਾਲ ਹੀ ਫਿਰੋਜ਼ ਨਿਜ਼ਾਮੀ ਵੀ ਚਲਾ ਗਿਆ ਸੀ, ਜਿਨੇ ਆਪਣੀ ਵਿਦਾਇਗੀ ਦੇ ਸਾਲ 1947 ਚ ਨੂਰ ਜਹਾਂ ਨੂੰ ਦਲੀਪ ਕੁਮਾਰ ਦੇ ਮੁਕਾਬਲੇ ਜੁਗਨੂ 'ਚ ਆਪਣੇ ਸੰਗੀਤ ਨਿਰਦੇਸ਼ਕ ਹੇਠ ਗਵਾਏ ਗੀਤਾਂ ਰਾਹੀਂ ਯਾਦਗਾਰ ਬਣਾ ਦਿੱਤਾ ਸੀ। ਯਹਾਂ ਬਦਲਾ ਵਫਾ ਕੇ ਬੇਵਫਾਈ ਕੇ ਸਿਵਾ ਕਿਆ ਹੈ ਰਫੀ ਦੇ ਨਾਲ ਦੋ ਗਾਣਾ, ਹਮੇ ਤੋ ਸ਼ਾਮੇ ਗਮ ਮੇ ਕਾਟਨੀ ਹੈ ਜ਼ਿੰਦਗੀ ਆਪਣੀ, ਤੁਮ ਵੀ ਭੁਲਾ ਦੋ ਹਮ ਵੀ ਭੁਲਾ ਦੇ ਤੇ ਉਮੰਗੇ ਦਿਲ ਕੀ ਮਛਲੀ ਜੁਗਨੂ ਨੂਰ ਜਹਾਂ ਦੇ ਪਤੀ ਸ਼ੌਕਤ ਹੁਸੈਨ ਰਿਜ਼ਵੀ ਨੇ ਬਣਾਈ ਸੀ। ਪਤੀ ਪਤਨੀ ਦੀ ਪਾਕਿਸਤਾਨ ਵੱਲ ਪ੍ਰਵਾਜ਼ ਜਲਦੀ ਕਰਵਾਉਣ 'ਚ ਫਿਲਮ ਇੰਡੀਆ ਮਗਰੋਂ ਮਦਰ ਇੰਡੀਆ ਦੇ ਸੰਪਾਦਕ ਬਾਊ ਰਾਓ ਪਟੇਲ ਵੱਲੋਂ ਕੀਤੀ ਇਸ ਸ਼ਰਾਰਤ ਦਾ ਹੱਥ ਸੀ। ਬਾਊ ਰਾਓ ਪਟੇਲ ਦੀ ਸ਼ੌਕਤ ਰਿਜ਼ਵੀ ਨਾਲ ਫਿਲਮ ਜੁਗਨੂ ਦੇ ਕਾਲਜ ਸੀਨ ਬਾਰੇ ਝਗੜਾ ਹੋ ਗਿਆ ਤੇ ਉਹਨੇ ਇਸ ਬਾਰੇ ਬੰਬਈ ਦੇ ਗਾਂਧੀਵਾਦੀ ਗ੍ਰਹਿ ਮੰਤਰੀ ਮੁਰਾਰਜੀ ਦੇਸਾਈ ਕੋਲ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ। ਸ਼ੌਕਤ ਰਿਜ਼ਵੀ ਨੇ ਉਸ ਸੰਪਾਦਕ ਦੇ ਮੂੰਹ ਉੱਤੇ ਉਹਨੂੰ ਅੰਦਰ ਕਰਨ ਦਾ ਚੈਲੰਜ ਦੇ ਦਿੱਤਾ ਤੇ ਕਿਹਾ, ਮੈਨੂੰ ਗੁੱਸਾ ਨਾ ਦਿਵਾ। ਇਸ ਤੇ ਬਾਊ ਰਾਓ ਨੇ ਮੁਰਾਰਜੀ ਦੇਸਾਈ ਨੂੰ ਟੈਲੀਫੋਨ ਕਰ ਦਿੱਤਾ ਕਿ ਤੁਹਾਨੂੰ ਪਤਾ ਹੈ ਕਿ ਸ਼ਹਿਰ 'ਚ ਇੱਕ ਫਿਲਮ ਚੱਲ ਰਹੀ ਹੈ ਜਿਸ 'ਚ ਕਾਲਜ ਦੇ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਦਾ ਵਤੀਰਾ ਭਾਰਤੀ ਸੰਸਕ੍ਰਿਤੀ ਦੇ ਉਲਟ ਹੈ, ਕਿਰਪਾ ਕਰਕੇ ਇਸ ਫਿਲਮ ਬਾਰੇ ਦੁਬਾਰਾ ਸੋਚੋ, ਇਹਦਾ ਨਾਂ ਜੁਗਨੂ ਹੈ। ਮੁਰਾਰਜੀ ਦੇਸਾਈ ਸ਼ਾਮ 3:30 ਦਾ ਸ਼ੋਅ ਦੇਖਣ ਚਲੇ ਗਏ। ਜਿਉਂ ਹੀ ਗਾਂਧੀਵਾਦੀ ਨੇਤਾ ਬਾਹਰ ਨਿਕਲਿਆ, ਫਿਲਮ ਉੱਤੇ 6:30 ਵਜੇ ਦੇ ਸ਼ੋਅ ਤੇ ਪਾਬੰਦੀ ਲਾ ਦਿੱਤੀ ਗਈ, ਜੇ ਇਹ ਸੰਭਵ ਹੋਵੇ। ਕਈ ਹਫ਼ਤਿਆਂ ਮਗਰੋਂ ਜੁਗਨੂ ਮੁੜ ਥੀਏਟਰ 'ਚ ਲੱਗੀ, ਪਰ ਇਸ 'ਚ ਨੂਰ ਜਹਾਂ ਦੇ ਬਹੁਤ ਸਾਰੇ ਗੀਤ ਕੱਟ ਦਿੱਤੇ ਗਏ ਸਨ। ਨਿਸ਼ਚੇ ਮੁਰਾਰਜੀ ਦੀ ਬੰਬਈ ਦੇ ਮੁਕਾਬਲੇ ਪਾਕਿਸਤਾਨ ਸਵਰਗ ਹੀ ਰਿਹਾ ਹੋਵੇਗਾ। ਇਹ ਗੱਲ ਸੱਚ ਹੋਵੇ ਜਾਂ ਨਾ, ਜਦੋਂ ਨੂਰ ਜਹਾਂ ਤੇ ਸ਼ੌਕਤ ਹੁਸੈਨ ਰਿਜ਼ਵੀ ਪਾਕਿਸਤਾਨ ਰਵਾਨਾ ਹੋਣ ਲਈ ਕਾਹਲੀ ਕਰਨ ਲਈ ਮਜਬੂਰ ਹੋਏ, ਲਤਾ ਦੇ ਪੈਰ ਦਾ ਇੱਕ ਕੰਡਾ ਨਿਕਲ ਗਿਆ ਸੀ। ਇਸ 'ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਮਗਰਲੇ ਸਾਲਾਂ ਦੌਰਾਨ ਜਨਮ ਦਿਨ ਦੀਆਂ ਵਧਾਈਆਂ ਦੇ ਸਿਲਸਿਲੇ ਦੇ ਬਾਵਜੂਦ ਉਸ ਵੇਲੇ ਦੇਸ਼ ਦੀ ਵੰਡ ਕਾਰਨ ਲਤਾ ਤੇ ਨੂਰ ਜਹਾਂ ਵਿਚਾਲੇ ਪੇਸ਼ਾਵਰ ਵਿਰੋਧ ਪੈਦਾ ਹੋ ਰਿਹਾ ਸੀ। ਮੈਂ ਦੁਹਰਾਨਾ ਕਿ ਨੂਰ ਜਹਾਂ ਦੇ ਪਾਕਿਸਤਾਨ ਚਲੇ ਜਾਣ ਮਗਰੋਂ ਹੀ ਲਤਾ ਸੁੱਖ ਦਾ ਸਾਹ, ਜਿਵੇਂ ਉਹਨੂੰ ਅਨਿਲ ਵਿਸ਼ਵਾਸ ਨੇ ਸਿਖਾਇਆ ਸੀ, ਲੈ ਸਕੀ ਤੇ ਅੱਗੇ ਵੱਲ ਨੂੰ ਵੱਡੀ ਛਾਲ ਮਾਰ ਸਕੀ। ਨੂਰ ਜਹਾਂ ਚਲੀ ਗਈ ਸੀ, ਉਹਦੇ ਨਾਲ ਹੀ ਚਲੇ ਗਏ ਸਨ ਮਾਸਟਰ ਗੁਲਾਮ ਹੈਦਰ, ਖੁਰਸ਼ੀਦ ਅਨਵਰ, G.A. ਚਿਸ਼ਤੀ, ਫਿਰੋਜ਼ ਨਿਜ਼ਾਮੀ ਤੇ ਰਸ਼ੀਦ ਅਤਰੇ ਵਰਗੇ ਨਿਵੇਕਲੀ ਕਿਸਮ ਦੇ ਸੰਗੀਤਕਾਰ। ਜਿੰਨੀ ਦੇਰ ਤੱਕ ਇਹ ਸੰਗੀਤਕਾਰ ਭਾਰਤ ਵਿੱਚ ਰਹਿ ਕੇ ਨੂਰ ਜਹਾਂ ਲਈ ਬਿਹਤਰੀਨ ਧੁਨਾਂ ਤਿਆਰ ਕਰ ਰਹੇ ਸਨ, ਲਤਾ ਲਈ ਨੂਰ ਜਹਾਂ ਇੱਕ ਸ਼ਕਤੀਸ਼ਾਲੀ ਵਿਰੋਧੀ ਸੀ। ਹੁਣ ਜਦੋਂ ਕਿ ਨੂਰ ਜਹਾਂ ਪਾਕਿਸਤਾਨ ਚਲੀ ਗਈ ਸੀ, ਲਤਾ ਦਾ ਮੁਕਾਬਲਾ ਸਿਰਫ ਸ਼ਮਸ਼ਾਦ ਬੇਗਮ ਤੇ ਗੀਤਾ ਰਾਏ ਨਾਲ ਹੀ ਰਹਿ ਗਿਆ ਸੀ, ਕਿਉਂਕਿ ਜ਼ੋਹਰਾ ਬਾਈ, ਅਮੀਰ ਬਾਈ ਤੇ ਹੋਰ ਸੀਨੀਅਰ ਗਾਇਕਾਵਾਂ ਦਾ ਮਰਦਾਨਾ ਗਾਇਨ ਦਾ ਢੰਗ ਪਹਿਲਾਂ ਹੀ ਪੁਰਾਣਾ ਹੋ ਚੁੱਕਾ ਸੀ। ਜਿਵੇਂ ਨੂਰ ਜਹਾਂ ਦੇ ਚਲੇ ਜਾਣ ਨਾਲ ਲਤਾ ਨੂੰ ਭਾਰਤ ਦੀ ਸਰਵਉੱਚ ਗਾਇਕਾ ਬਣਨ 'ਚ ਸੌਖ ਰਹੀ, ਉਵੇਂ ਹੀ ਪੰਜਾਬ ਸਕੂਲ ਦੇ ਬਹੁਤ ਸਾਰੇ ਧੁਨੰਤਰ ਸੰਗੀਤਕਾਰਾਂ ਦੇ ਪਾਕਿਸਤਾਨ ਚਲੇ ਜਾਣ ਨਾਲ ਨੌਸ਼ਾਦ ਅਲੀ ਨੂੰ ਵੀ ਲਾਭ ਹੋਇਆ। ਅਜਿਹੇ ਸੰਗੀਤਕਾਰ ਸਨ ਜਿਹੜੇ ਸਦਾ ਖਤਰਨਾਕ ਸਨ। ਨਿਦਾਲ ਗੁਲਾਮ ਹੈਦਰ, ਕਿਉਂਕਿ ਅਣਵੰਡੇ ਭਾਰਤ ਦੇ ਉਸ ਹਿੱਸੇ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਉੱਤੇ ਸਦਾ ਹਮਲੇ ਹੁੰਦੇ ਰਹੇ, ਇਸ ਲਈ ਪੰਜਾਬ ਸਕੂਲ ਦੇ ਸੰਗੀਤਕਾਰਾਂ ਦੇ ਸੰਗੀਤ ਵਿੱਚ ਵਿਦੇਸ਼ੀ ਸੰਗੀਤ ਦੇ ਅੰਸ਼ ਹੁੰਦੇ ਸਨ, ਜਿਸ ਕਾਰਨ ਉਹਨਾਂ ਦੀਆਂ ਧੁਨਾਂ 'ਚ
ਨਵੀਂ ਚਮਕ, ਨਵੀਂ ਸੂਖਮਤਾ ਪੈਦਾ ਹੁੰਦੀ ਸੀ। ਅਣਵੰਡੇ ਭਾਰਤ ਵਿੱਚ ਰਾਏ ਚੰਦ ਬੋਰਲ ਤੇ ਪੰਕਜ ਮਲਿਕ ਵਰਗੇ ਸੰਗੀਤਕਾਰ ਬੰਗਾਲ 'ਚ ਸੰਗੀਤ ਬਣਾ ਰਹੇ ਸਨ, ਪਰ ਇਹ ਕੰਮ ਰਵਿੰਦਰਾ ਸੰਗੀਤ ਦੇ ਘੇਰੇ ਵਿੱਚ ਹੀ ਰਹਿ ਕੇ ਕਰਦੇ ਸਨ। ਪੂਨੇ 'ਚ ਪ੍ਰਭਾਤ ਸਟੂਡੀਓ 'ਚ ਗੋਵਿੰਦ ਰਾਓ ਟੈਬੇ, ਕੇਸ਼ਵ ਰਾਓ ਭੋਲੇ ਤੇ ਮਾਸਟਰ ਕ੍ਰਿਸ਼ਨਾ ਰਾਓ ਸਨ, ਜਿਨ੍ਹਾਂ ਦੇ ਸੰਗੀਤ ਨੂੰ ਸਪਸ਼ਟ ਤੌਰ ਤੇ ਮਹਾਰਾਸ਼ਟਰ ਦਾ ਸੰਗੀਤ ਕਿਹਾ ਜਾ ਸਕਦਾ ਹੈ। ਬੰਬਈ 'ਚ ਸਰਵ ਭਾਰਤੀ ਕਿਸਮ ਦਾ ਸੰਗੀਤ ਬਣਦਾ ਸੀ, ਪਰ ਅਜਿਹਾ ਸੰਗੀਤ ਸੀ ਜਿਸ 'ਚ ਰਵਾਇਤਾਂ ਤੇ ਆਧੁਨਿਕਤਾ ਦਾ ਹਲਕਾ ਜਿਹਾ ਮਿਸ਼ਰਣ ਹੁੰਦਾ ਸੀ। ਦੂਸਰੇ ਪਾਸੇ ਗੁਲਾਮ ਹੈਦਰ ਨੇ 1941 'ਚ ਲਾਹੌਰ ਤੋਂ ਅਜਿਹਾ ਸੰਗੀਤ ਤਿਆਰ ਕਰਨਾ ਸ਼ੁਰੂ ਕੀਤਾ ਜਿਸ 'ਚ ਪੱਛਮੀ ਤਰਜ਼ ਦੀ ਫੋਕ ਰੰਗਤ ਸੀ, ਤੇ ਮਾਸਟਰ ਜੀ ਵੱਲੋਂ ਖਜ਼ਾਨਚੀ ਤੇ ਖਾਨਦਾਨ 'ਚ ਪਾਈਆਂ ਨਵੀਆਂ ਆਧੁਨਿਕ ਪਿਰਤਾਂ ਨੇ ਸਾਰੇ ਸੰਗੀਤਕਾਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹ ਕੀ ਕਰਨ। ਅਜਿਹੀ ਹਾਲਤ ਵਿੱਚ ਨੌਸ਼ਾਦ ਨੇ ਅਜਿਹਾ ਸੰਗੀਤ ਦੇਣਾ ਸ਼ੁਰੂ ਕੀਤਾ ਜਿਹੜਾ ਮੁਕਾਬਲੇ ਦੀ ਭਾਵਨਾ ਕਾਰਨ ਬਹੁਤ ਦਿਲਕਸ਼ ਸੀ। ਸੀ ਰਾਮਚੰਦਰ ਨੇ ਲਤਾ ਲਈ ਸੰਗੀਤ ਤਿਆਰ ਕਰਦੇ ਸਮੇਂ ਕਲਪਨਾਸ਼ੀਲ ਤਰੀਕੇ ਨਾਲ ਆਧੁਨਿਕਤਾ ਦੀ ਵਰਤੋਂ ਕੀਤੀ, ਪਰ ਆਪਣੀ ਵੱਖਰੀ ਪਹਿਚਾਣ ਵੀ ਕਾਇਮ ਰੱਖੀ। ਹੁਸਨ ਲਾਲ ਭਗਤ ਰਾਮ ਨੇ ਅਜਿਹੀ ਤਾਲ ਇਜਾਦ ਕੀਤੀ ਜਿਹੜੀ ਸੰਗੀਤ ਦੇ ਪੰਜਾਬ ਸਕੂਲ ਨੂੰ ਨਿਵੇਕਲਾ ਬਣਾਉਂਦੀ ਸੀ। ਨੌਸ਼ਾਦ, ਸੀ ਰਾਮਚੰਦਰ ਤੇ ਹੁਸਨ ਲਾਲ ਭਗਤ ਰਾਮ 1951 ਤੱਕ ਵਪਾਰਕ ਪੱਧਰ ਉੱਤੇ ਸਭ ਤੋਂ ਸਫਲ ਸੰਗੀਤਕਾਰ ਬਣ ਗਏ ਸਨ ਤੇ ਉਹਨਾਂ ਦੀਆਂ ਫਿਲਮਾਂ ਲਗਭਗ ਜੁਬਲੀਆਂ ਮਨਾਉਂਦੀਆਂ ਸਨ, ਪਰ ਉਹਨਾਂ ਦੇ ਨਾਲ ਕੁਝ ਹੋਰ ਬਹੁਤ ਸਾਰੇ ਸੰਗੀਤਕਾਰ ਵੀ ਸਨ ਜਿਹੜੇ ਲਤਾ ਲਈ ਬਹੁਤ ਖੂਬਸੂਰਤ ਧੁਨਾਂ ਤਿਆਰ ਕਰਦੇ ਸਨ, ਜਦਕਿ ਨੂਰ ਜਹਾਂ ਲਈ ਪਾਕਿਸਤਾਨ ਦੀ ਹੜਬੜੀ ਵਾਲੀ ਫਿਲਮ ਸਨਅਤ ਵਿੱਚ ਬਹੁਤ ਘੱਟ ਸੰਗੀਤ ਨਿਰਦੇਸ਼ਕ ਸਨ, ਕਿਉਂਕਿ ਪਾਕਿਸਤਾਨ ਆਖਰਕਾਰ ਭਾਰਤ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਤਾਂ ਸੀ। ਭਾਰਤ ਦੇ ਵੱਖ-ਵੱਖ ਭਾਗਾਂ ਤੋਂ ਆ ਕੇ ਆਪਣੀਆਂ ਕਰਤਾਰੀ ਧੁਨਾਂ ਲਤਾ ਲਈ ਬਣਾਉਣ ਵਾਲਿਆਂ 'ਚ ਨੌਸ਼ਾਦ, ਸੀ ਰਾਮਚੰਦਰ ਤੇ ਹੁਸਨ ਲਾਲ ਭਗਤ ਰਾਮ ਤੋਂ ਇਲਾਵਾ ਅਨਿਲ ਬਿਸਵਾਸ ਤੇ ਖੇਮ ਚੰਦ ਪ੍ਰਕਾਸ਼, SD ਬਰਮਨ ਤੇ ਰੋਸ਼ਨ ਸਨ। ਮਦਨ ਮੋਹਨ ਤੇ ਸ਼ੰਕਰ ਜੈਕਿਸ਼ਨ ਸਨ। ਸੱਜਾਦ ਹੁਸੈਨ ਤੇ ਮਲਕ ਚੌਧਰੀ ਸਨ। SN ਤ੍ਰਿਪਾਠੀ ਤੇ ਚਿੱਤਰਗੁਪਤ ਸਨ। ਖਯਾਮ ਤੇ ਜੈਦੇਵ ਸਨ। ਹੇਮੰਤ ਕੁਮਾਰ ਤੇ ਰਵੀ ਸਨ, ਤੇ ਇਹਨਾਂ ਵਿੱਚ ਮਗਰੋਂ ਕਲਿਆਣ ਜੀ, ਆਨੰਦ ਜੀ, ਲక్ష్ਮੀਕਾਂਤ ਪਿਆਰੇ ਲਾਲ ਤੇ RD ਬਰਮਨ ਦੇ ਨਾਂ ਜੁੜਦੇ ਸਨ। ਸਿਰਫ ਇਹ ਦੇਖ ਕੇ ਕਿ ਸਾਰੇ ਸੰਗੀਤਕਾਰ ਭਾਰਤ ਦੇ ਕਿੰਨੇ ਵਿਸ਼ਾਲ ਤੇ ਦੂਰ ਦਰਾਡੇ ਦੇ ਖੇਤਰਾਂ ਨਾਲ ਸੰਬੰਧ ਰੱਖਦੇ ਸਨ, ਪਤਾ ਲਾਇਆ ਜਾ ਸਕਦਾ ਹੈ ਕਿ ਜਿਉਂ ਹੀ ਮਲਕਾ-ਏ ਤਰੰਨਮ ਲਤਾ ਨੇ ਮੁਕਾਬਲੇ 'ਚੋਂ ਨਿਕਲ ਗਈ, ਤਿਉਂ ਹੀ ਲਤਾ ਨੂੰ ਉਹਦੇ ਮੁਕਾਬਲੇ ਕਿੰਨਾ ਵਿਸ਼ਾਲ ਸੰਗੀਤ ਖੇਤਰ ਵਿਰਸੇ 'ਚ ਮਿਲ ਗਿਆ। ਲਤਾ ਤੇ ਨੂਰ ਜਹਾਂ ਦੋਹਾਂ ਦੀ ਚੜ੍ਹਤ ਵਿੱਚ ਹਿੱਸਾ ਪਾਉਣ ਕਾਰਨ ਨੌਸ਼ਾਦ ਹੀ ਇੱਕੋ ਇੱਕ ਸੰਗੀਤਕਾਰ ਸੀ ਜਿਹਨੂੰ ਇਹ ਸਵਾਲ ਪੁੱਛਿਆ ਜਾ ਸਕਦਾ ਸੀ ਕਿ ਦੋਹਾਂ ਗਾਇਕਾਵਾਂ ਵਿਚਲੇ ਕੀ ਫਰਕ ਸੀ। ਨੌਸ਼ਾਦ ਨੇ ਕਿਹਾ, ਲਤਾ ਉਸੇ ਸੰਗੀਤ ਸਕੂਲ ਨਾਲ ਸੰਬੰਧ ਰੱਖਦੀ ਹੈ ਜਿਸ 'ਚ ਨੂਰ ਜਹਾਂ ਸੀ। ਨੂਰ ਜਹਾਂ ਦੀ ਆਵਾਜ਼ ਵਧੇਰੇ ਚਮਕਦਾਰ ਸੀ ਤੇ ਉਹਦੀ ਗੜਕ ਵੀ ਬਹੁਤ ਸੀ। ਇਹ ਵਧੇਰੇ ਭਾਰੀ ਸੀ, ਜੇ ਤੁਸੀਂ ਮੇਰੀ ਗੱਲ ਸਮਝ ਸਕੋ, ਪਰ ਮੈਂ ਦੇਖਿਆ ਕਿ ਲਤਾ ਬਹੁਤ ਛੇਤੀ ਸਿੱਖਦੀ ਹੈ। ਬਹੁਤ ਘੱਟ ਸਮੇਂ 'ਚ ਉਹਨੇ ਉਰਦੂ ਜ਼ਬਾਨ ਦੀਆਂ ਗੁੰਝਲਾਂ ਨੂੰ ਸਮਝ ਲਿਆ ਤੇ ਮੂਡ ਦਾ ਪ੍ਰਗਟਾਵਾ ਆਵਾਜ਼ ਰਾਹੀਂ ਕਰਨ ਦੀ ਗੱਲ ਵੀ ਨੂਰ ਜਹਾਂ ਤੋਂ ਸਿੱਖ ਲਈ। ਲਤਾ ਛੇਤੀ ਹੀ ਭਾਰਤ ਦੇ ਗੀਤ ਰਾਜ ਦੀ ਹਕੂਮਤ ਲੋਕਪ੍ਰਿਯਤਾ ਕਰਨ ਕਾਰਨ ਲੱਗ ਪਈ, ਜਦਕਿ ਨੂਰ ਜਹਾਂ ਪਾਕਿਸਤਾਨੀ ਗੀਤ ਰਾਜ ਦੀ ਹੁਕਮਰਾਨ ਕੁਰਸੀ ਉੱਤੇ ਇਲਾਹੀ ਕਾਰਨਾਂ ਕਰਕੇ ਬੈਠੀ ਸੀ। ਲਤਾ ਅੱਜ ਕੱਲ੍ਹ ਇਲਾਹੀ ਰੂਪ ਲੱਗੇ ਜਾਂ ਨਾ, ਪਰ ਇੱਕ ਗੱਲ ਤਾਂ ਪੱਕੀ ਹੈ ਕਿ ਉਹ ਅੱਜ ਤੱਕ ਵੀ ਇੱਕ ਸ਼ਕਤੀਸ਼ਾਲੀ ਆਵਾਜ਼ ਹੈ ਤੇ ਉਹਨੇ ਰਾਜਸ਼੍ਰੀ ਵਾਲਿਆਂ ਦੀ ਹਮ ਆਪਕੇ ਹੈ ਕੌਣ ਦੇ 14 ਚੋਂ 11 ਗੀਤ ਗਾਏ ਸਨ। ਜਦੋਂ ਉਹਨੂੰ ਖਤਮ ਹੋ ਗਈ ਸਮਝਿਆ ਜਾਣ ਲੱਗ ਪਿਆ ਸੀ, ਉਸ ਵੇਲੇ ਲਤਾ ਨੇ ਇੱਕ ਸਵਦੇਸ਼ੀ ਹਿੱਟ ਦੀਦੀ ਤੇਰਾ ਦੇਵਰ ਦੀਵਾਨਾ ਦੇ ਕੇ ਸਭ ਨੂੰ ਚੁੱਪ ਕਰਵਾ ਦਿੱਤਾ। ਲਤਾ ਮੰਗੇਸ਼ਕਰ 28 ਸਤੰਬਰ 1994 ਨੂੰ 65 ਸਾਲਾਂ ਦੀ ਹੋ ਗਈ ਸੀ ਤੇ ਇਸ ਤਰ੍ਹਾਂ ਉਹ 52 ਸਾਲਾਂ ਤੋਂ ਫਿਲਮ ਗਾਇਨ ਖੇਤਰ 'ਚ ਚੱਲ ਰਹੀ ਹੈ। ਹਿੰਦੁਸਤਾਨੀ ਸੰਗੀਤ ਕੈਸੇਟ ਇਨਕਲਾਬ ਦੌਰਾਨ ਮਿਲੇ ਧੱਕਿਆਂ ਨੂੰ ਝੱਲਦੇ ਹੋਏ ਲਤਾ ਮੰਗੇਸ਼ਕਰ ਨੇ ਦਾਦਾ ਸਾਹਿਬ ਫਾਲਕੇ ਅਵਾਰਡ ਜੇਤੂ ਭੂਪੇਨ ਹਜ਼ਾਰਿਕਾ ਲਈ ਰੁਦਾਲੀ ਫਿਲਮ 'ਚ ਦਿਲ ਦੀ ਧੜਕਣ ਰੋਕਣ ਵਾਲਾ ਦਿਲ ਹੂੰ ਕਰੇ ਗਾ ਕੇ ਬਿਹਤਰੀਨ ਗਾਇਕਾ ਦਾ ਖਿਤਾਬ ਜਿੱਤਿਆ। ਭਾਵੇਂ ਇਸ ਕਲਾਸੀਕਲ ਗੀਤ 'ਚ ਇਹ ਕਿਤੇ ਅਟਕਦੀ ਹੈ, ਫਿਰ ਵੀ ਲਤਾ ਮੰਗੇਸ਼ਕਰ ਹੋਣ ਲਈ ਇੱਕ ਖਾਸ ਕਿਸਮ ਦੀ ਵਿਸ਼ਵਾਤਮਾ ਹੋਣ ਦੀ ਜ਼ਰੂਰਤ ਹੈ। ਉਹ ਲਤਾ ਮੰਗੇਸ਼ਕਰ ਜਿਹਨੂੰ ਨੂਰ ਜਹਾਂ ਦੇ ਜਾਣ ਦੇ 33 ਸਾਲਾਂ 1948 ਤੋਂ 1981 ਦੌਰਾਨ
ਕਿਸੇ ਕਿਸਮ ਦੇ ਮੁਕਾਬਲੇ ਦਾ ਸਾਹਮਣਾ ਨਹੀਂ ਕਰਨਾ ਪਿਆ। ਜਦੋਂ ਮਲਕਾ-ਏ-ਤਰੰਨਮ 1982 ਦੇ ਸ਼ੁਰੂ 'ਚ ਭਾਰਤ ਪਰਤੀ, ਉਸ ਵੇਲੇ ਲਤਾ ਮੰਗੇਸ਼ਕਰ ਬਹੁਤ ਧਰਮ ਸੰਕਟ 'ਚ ਪਈ ਸੀ। ਵਾਪਸੀ ਸਮੇਂ ਨੂਰ ਜਹਾਂ ਪਿਛਲੀਆਂ ਯਾਦਾਂ ਕਾਰਨ ਲੋਕਪ੍ਰਿਯ ਸੀ ਤੇ ਉਹਨੇ ਉਸ ਸਟੇਜ ਉੱਤੇ ਮੁੜ ਪੈਰ ਧਰਿਆ ਸੀ ਜਿਸ ਉੱਤੇ ਮੁਕਾਬਲੇ ਲਈ ਲਤਾ ਕੋਲ ਉਹਦਾ ਕਲਾ ਹੁਨਰ ਹੀ ਕੰਮ ਆਉਣਾ ਸੀ। ਲਤਾ ਦੀ ਕਾਰਗੁਜ਼ਾਰੀ ਹੁਣ ਤਰਕ ਦੇ ਸਿਰ ਉੱਤੇ ਪਰਖੀ ਜਾਂਦੀ ਸੀ, ਜਦਕਿ ਨੂਰ ਜਹਾਂ ਦੀ ਕਾਰਗੁਜ਼ਾਰੀ ਭਾਵਨਾਵਾਂ ਅਨੁਸਾਰ ਸੁਣੀ ਜਾਂਦੀ ਸੀ। ਇਸ ਅਤਿਅੰਤ ਨਾਜ਼ੁਕ ਸਥਿਤੀ ਦਾ ਸਾਹਮਣਾ ਕਿਵੇਂ ਕੀਤਾ ਜਾਏ, ਜਿਸ ਵਿੱਚ 1982 ਤੱਕ ਦਾ ਉਹਦਾ ਨਿਰੰਤਰ ਸ਼ੋਅਪੀਸ ਸਾਥੀ ਦਲੀਪ ਕੁਮਾਰ ਵੀ ਨੂਰ ਜਹਾਂ ਵੱਲ ਹੋ ਜਾਏਗਾ, ਕਿਉਂਕਿ ਉਹ ਇਹੀ ਜੋਗਨ ਸੀ ਜਿਹੜੀ ਉਸ ਸਮੇਂ ਗਾਇਕ ਸਟਾਰ ਵੀ ਸੀ। ਦੀ ਨਿਗਰਾਨੀ ਹੇਠ ਦਲੀਪ ਕੁਮਾਰ ਨੇ ਭਾਰਤ ਦਾ ਟ੍ਰੈਜਡੀ ਕਿੰਗ ਬਣਨ ਵੱਲ ਵਧਣ ਲਈ ਪਹਿਲੇ ਕਦਮ ਚੁੱਕੇ ਸਨ। 11 ਫਰਵਰੀ 1982 ਦੀ ਉਸ ਸ਼ਾਮ ਨੂੰ ਚੇਤੇ ਕਰੋ, ਜਿਹੜੀ ਦਲੀਪ ਕੁਮਾਰ ਤੇ ਨੂਰ ਜਹਾਂ ਲਈ ਭਰ ਜੋਬਨ ਤੇ ਸੀ, ਪਰ ਲਤਾ ਲਈ ਜੋਬਨ ਉੱਤੇ ਨਹੀਂ ਸੀ, ਜਿਹਨੂੰ 52 ਸਾਲ ਢੋਣੇ ਪੈ ਰਹੇ ਸਨ ਤੇ ਇਹ ਮਹਿਸੂਸ ਕਰਨਾ ਪੈ ਰਿਹਾ ਸੀ ਕਿ ਇਹ ਸ਼ਾਮ ਖਤਮ ਨਹੀਂ ਹੋਏਗੀ। ਹੀਰਾ ਹੀਰੇ ਨੂੰ ਕੱਟਦਾ ਹੈ, ਕੋਈ ਕੁਝ ਕਹੇਗਾ। ਧੰਨਵਾਦ।